ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ, ਧੰਨਵਾਦ ਪ੍ਰੋਫੈਸਰ ਸਾਹਿਬ। ਪੰਜਾਬ ਦੇ ਭਵਿੱਖ ਨੂੰ ਲੈ ਕੇ ਚੋਣ ਪ੍ਰਚਾਰ ਤਾਂ ਹੁਣ ਰੁਕ ਗਿਆ। ਹੁਣ ਲੋਕ ਘਰੋਂ ਘਰੀ ਬਹਿ ਕੇ ਇਹ ਸੋਚ ਰਹੇ ਹੋਣਗੇ ਕਿ ਐਤਕੀ ਵੋਟ ਕਿਹਨੂੰ ਪਾਈਏ, ਕੀ ਸੋਚ ਕੇ ਪਾਈਏ। ਆਪਾਂ ਇਸ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ। ਕੱਲ ਵੀ ਗੱਲ ਕੀਤੀ ਸੀ ਕਿ ਲੋਕ ਬਦਲਾਅ ਚਾਹੁੰਦੇ ਨੇ, ਪਰ ਬਦਲਾਅ ਕਿੱਦਾਂ ਦਾ ਚਾਹੁੰਦੇ ਨੇ। ਸਾਨੂੰ ਵੀ ਬਾਹਰੋਂ ਫੋਨ ਆਉਂਦੇ, ਤੁਹਾਨੂੰ ਵੀ ਆਉਂਦੇ, ਲੋਕ ਪੁੱਛਦੇ ਕਿ ਵੋਟ ਕਿਹਨੂੰ ਪਾਈਏ, ਆਪਣੇ ਰਿਸ਼ਤੇਦਾਰਾਂ ਨੂੰ ਕੀ ਕਹੀਏ ਕਿ ਕਿਹਨੂੰ ਜਾ ਕੇ ਵੋਟ ਭੁਗਤਾ ਦੇਣ ਆਪਣੀ। ਪਰ ਇਸ ਸਭ ਦੇ ਵਿਚਾਲੇ ਜਦੋਂ ਲੋਕ ਹੁਣ ਘਰੋਂ ਉੱਠ ਕੇ ਜਾਣਗੇ, ਅੱਜ 19 ਤਰੀਕ ਹੈ, ਕੱਲ ਨੂੰ 20 ਹੈ ਤੇ ਸਵੇਰੇ ਵੋਟਾਂ ਪੈਣੀਆਂ ਸ਼ੁਰੂ ਹੋ ਜਾਣੀਆਂ। ਲੋਕ ਸਾਰੀ ਰਾਤ ਸੋਚਣਗੇ। ਮੈਨੂੰ ਲੱਗਦਾ ਇਹਨਾਂ ਨੇ ਵੋਟ ਪਾਉਣ ਲੱਗਿਆ ਵੀ ਸੋਚਣਾ ਹੈ ਕਿ ਅਸੀਂ ਕਿਹੜਾ ਬਟਨ ਦਬਾਈਏ। ਸੋਚਣ ਤੋਂ ਪਹਿਲਾਂ ਸੁਖਵਿੰਦਰ ਜ਼ਿਆਦਾ ਜ਼ਰੂਰੀ ਹੁੰਦਾ ਕਿ ਲੋਕ ਸੋਚਦਾ ਤੇ ਉਦੋਂ ਆ ਬੰਦਾ ਜਦੋਂ ਸੋਚਣ ਦੇ ਕਾਬਲ ਹੋਵੇ। ਉਹਦੇ ਨਾਲ ਵੀ ਜ਼ਿਆਦਾ ਜ਼ਰੂਰੀ ਇਹ ਹੈ ਕਿ ਲੋਕ ਵੋਟਾਂ ਜਦੋਂ ਪਾਉਂਦੇ ਆ ਉਹ ਭੈ ਚੋਂ ਕਈ ਕਿਸਮ ਦੀਆਂ ਜਮਾਂ ਘਟਾ, ਕਈ ਕਿਸਮ ਦੀਆਂ ਉਹਨਾਂ ਦੀਆਂ ਥਿੜਕਣਬਾਜ਼ੀ, ਇਨਸਿਕਿਉਰਿਟੀਜ਼, ਬਹੁਤ ਕੁਛ ਹੁੰਦਾ ਜਦੋਂ ਬੰਦਾ ਵੋਟ ਪਾਉਂਦਾ। ਹੁਣ ਫਾਰ ਇੰਸਟੈਂਸ ਬੰਦਾ ਜਦੋਂ ਵੋਟ ਪਾਉਣ ਜਾਂਦਾ ਕੀ ਸੋਚਦਾ? ਉਹ ਆਪਣਾ ਪਿੰਡ ਦਾ ਭਾਈਚਾਰਾ ਸੋਚਦਾ, ਉਹ ਆਪਣੀ ਜਾਤ ਸੋਚਦਾ, ਰਿਸ਼ਤੇਦਾਰ ਸੋਚਦਾ, ਆਪਣਾ ਧਰਮ ਸੋਚਦਾ। ਫਿਰ ਉਹ ਸੋਚਦਾ ਕਿ ਜੇ ਮੈਂ ਇਹਨੂੰ ਵੋਟ ਪਾ ਦੀ ਤੇ ਪਿੰਡ ਵਾਲੇ ਨਾ ਪਿੱਛੇ ਪੈ ਜਾਣ, ਜੇ ਮੈਂ ਇਹਨੂੰ ਪਾਤੀ ਤੇ ਮੈਂ ਬਰਾਦਰੀ ਦੇ ਸਾਹਮਣੇ ਕੀ ਮੂੰਹ ਦਿਖਾਊਂਗਾ, ਜੇ ਫਲਾਣੇ ਨੂੰ ਪਾਤੀ ਤੇ ਇਹ ਤੇ ਧਰਮ ਭ੍ਰਸ਼ਟ ਹੋ ਜਾਊਗਾ। ਬਾਬਾ ਜੀ ਨੇ ਕਿਹਾ ਸੀ ਫਲਾਨੀ ਜਗ੍ਹਾ ਪਾਉਣਾ, ਮੈਂ ਬੰਦਾ ਦੂਜਾ ਪਿੰਡ ਦਾ ਚੰਗਾ। ਹੁਣ ਮੈਂ ਬਾਬਾ ਜੀ ਨੂੰ ਨਾਰਾਜ਼ ਕਰਾਂ ਜਾਂ ਮੈਂ ਆਪਣੀ ਆਤਮਾ ਨੂੰ ਖੁਸ਼ ਕਰਾਂ ਕਿ ਉੱਥੇ ਪਾ ਦੇਵਾਂ ਜਿੱਥੇ ਮੈਨੂੰ ਠੀਕ ਲੱਗਦਾ। ਕਈ ਕਿਸਮ ਦੀਆਂ ਕੈਲਕੂਲੇਸ਼ਨ। ਫਿਰ ਇਹ ਵੀ ਹੁੰਦਾ ਫਲਾਣੇ ਨੇ ਮੇਰਾ ਫਲਾਣੇ ਵੇਲੇ ਕੰਮ ਕਰਾਇਆ ਸੀ, ਉਹਨੇ ਮੇਰਾ ਲੋੜ ਵੇਲੇ ਹੱਥ ਫੜਿਆ ਸੀ। ਬੰਦਾ ਤੇ ਮਾੜਾ ਹੀ ਆ ਪਰ ਮੈਨੂੰ ਕੀ, ਮੇਰਾ ਕੰਮ ਤੇ ਕਰ ਹੀ ਦਿੱਤਾ। ਐਤਕੀ ਵੀ ਵੋਟ ਉਹਨਾਂ ਨੂੰ ਪਵਾ ਦਿੰਦੇ ਆ। ਚਲੋ ਮੈਂ ਟੱਬਰ ਦੀ ਨਹੀਂ, ਮੈਂ ਆਪਣੀ ਪਾ ਦੂੰਗਾ। ਇਹ ਗੱਲਾਂ ਮਨ 'ਚ ਹਰ ਬੰਦੇ ਦੇ ਘੁੰਮਦੀਆਂ। ਬਿਲਕੁਲ। ਇਹ ਤੇ ਇੱਕ ਨਾਰਮਲ ਤਰੀਕਾ। ਕਹਿਣ ਦਾ ਮੇਰਾ ਭਾਵ ਇਹ ਆ ਕਿ ਸਭ ਤੋਂ ਪਹਿਲਾਂ ਸੁਖਵਿੰਦਰ, ਬੰਦਾ ਇਹ ਨਹੀਂ ਸੋਚਦਾ ਕਿ ਕਿਹੜਾ ਸਭ ਤੋਂ ਚੰਗਾ ਬੰਦਾ ਤੇ ਮੈਂ ਉਹਨੂੰ ਵੋਟ ਪਾਵਾਂ। ਇਹ ਕੈਲਕੂਲੇਸ਼ਨਾਂ ਪਹਿਲੇ ਨੰਬਰ ਤੇ ਨਹੀਂ ਹੁੰਦੀਆਂ। ਪਹਿਲੇ ਨੰਬਰ ਤੇ ਇਹ ਕੈਲਕੂਲੇਸ਼ਨਾਂ ਹੁੰਦੀਆਂ ਕਿ ਜੇ ਮੈਂ A ਜਾਂ B ਜਾਂ C ਨੂੰ ਵੋਟ ਪਾ ਦਾਂ, ਕਿਤੇ ਮੇਰਾ ਨੁਕਸਾਨ ਤਾਂ ਨਹੀਂ ਕਰ ਦੂਗਾ, ਕਿ ਮੈਨੂੰ ਕਿਹਨੂੰ ਵੋਟ ਪਾ ਕੇ ਮੇਰਾ ਸਭ ਤੋਂ ਘੱਟ ਨੁਕਸਾਨ ਹੋਊਗਾ। ਵੀ ਤਿੰਨ ਮਾੜੇ ਬੰਦੇ ਖੜੇ ਹੋ ਗਏ ਆ, ਚੋਇਸ ਕੋਈ ਹੈ ਨਹੀਂ। ਜੇ ਮੈਂ C ਨੂੰ ਪਾ ਦਾਂ ਤੇ ਉਹ ਮੇਰਾ ਸਭ ਤੋਂ ਘੱਟ ਨੁਕਸਾਨ ਕਰੂਗਾ। ਪਹਿਲੇ ਲੈਵਲ ਤੇ ਚੋਇਸਿਸ ਇਹ ਹੁੰਦੀਆਂ। ਜਦੋਂ ਬੰਦੇ ਕੁਛ ਦੂਜੇ ਤਕੜੇ ਕਿਸਮ ਦੇ ਬੰਦੇ ਆ, ਜਿਨ੍ਹਾਂ ਨੂੰ ਇਸ ਕਿਸਮ ਦਾ ਡਰ ਨਹੀਂ ਆ, ਉਹ ਠੀਕ ਠਾਕ ਹੈਗੇ ਆ, ਉਹ ਫਿਰ ਪਾਰਟੀ ਬਾਰੇ ਵੀ ਇੱਕ ਵੱਡਾ ਸੈਕਸ਼ਨ ਸੋਚਦਾ ਕਿ ਹਾਂ ਯਾਰ ਮੈਂ ਤੇ ਫਲਾਨੀ ਪਾਰਟੀ ਦਾ ਆ, ਫਲਾਨੇ ਨੂੰ ਪਾ ਦਿਆਂ, ਟਮਕਾਣੀ ਦਾ। ਉਹ ਵੀ ਇਸ ਤਰ੍ਹਾਂ ਦੀ ਸੋਚ। ਹੁਣ ਗਾ ਪਾਰਟੀਆਂ ਦੇ ਸਿਆਪੇ ਸੁਣ ਲਓ। ਪਾਰਟੀਆਂ ਇੱਕ ਮੁੱਠ ਨਹੀਂ ਹੈਗੀਆਂ। ਪਾਰਟੀਆਂ ਦੇ ਅੰਦਰ ਮੈਂ ਅੱਜ ਹੀ ਦੇਖ ਕੇ ਆਇਆ, ਮੈਂ ਰਾਜੇਵਾਲ ਸਾਹਿਬ ਦੇ ਨਾਲ ਉਹਨਾਂ ਦੇ ਰੋਡ ਸ਼ੋਅ ਵਿੱਚ ਸੀਗੇ ਅਸੀਂ ਤਕਰੀਬਨ 6-7 ਘੰਟੇ, ਕਿ ਉਹਨਾਂ ਦੇ ਟਰਾਲੀ 'ਚ ਕੁਝ ਕਾਂਗਰਸ ਦੇ ਜਿਹੜੇ ਬੰਦੇ, ਕਹਿੰਦਾ ਮੈਂ ਜਨਰਲ ਸੈਕਟਰੀ ਹਾਂ ਜੀ ਕਾਂਗਰਸ ਦਾ। ਮੈਂ ਕਿਹਾ ਤੁਸੀਂ ਇੱਥੇ ਕੀ ਕਰਦੇ ਆ? ਇਹ ਤਾਂ ਮੈਂ ਛੱਡਤਾ ਉਹਨਾਂ ਨੂੰ। ਮੈਂ ਹੁਣ ਐਸੋਸੀਏਸ਼ਨ ਦੇ ਹੈਗੇ ਆ, ਆੜਤੀਆ ਦੇ ਐਸੋਸੀਏਸ਼ਨ ਦੇ ਚੇਅਰਮੈਨ, ਇਸ ਕਰਕੇ ਮੈਂ ਨਾਲ ਲੱਗਾ, ਰੋਡ ਸ਼ੋਅ 'ਚ ਲੱਗਾ, ਡਟ ਕੇ ਲੱਗਾ। ਇਸ ਤਰ੍ਹਾਂ ਇੱਕ ਪਿੱਛੇ ਲਾਊਡ ਸਪੀਕਰ ਤੇ ਖੜਾ ਸੀ ਜਿਹੜਾ ਮਨਾਦੀ ਕਰ ਰਿਹਾ ਸੀ, ਤਕੜੇ ਹੋ ਕੇ ਮੰਜੇ ਤੇ ਮੋਹਰ ਲਾਇਓ ਹੋਏ, ਰਾਜੇਵਾਲ ਵਰਗਾ ਹੀਰਾ ਕੋਈ ਨਹੀਂ, ਇਸ ਤਰ੍ਹਾਂ ਦੀਆਂ ਤਾਰੀਫਾਂ ਕਰਕੇ। ਉਹਨੂੰ ਮੈਂ ਪੁੱਛਿਆ, ਬਾਬਾ ਜੀ ਤੁਸੀਂ ਬੜੀ ਖੜਕਵੀਂ ਆਵਾਜ਼ ਹੈ ਤੁਹਾਡੀ, ਤੁਸੀਂ ਪਿੱਛੇ ਬੈਂਚ ਤੇ ਡਿੱਗਣੋਂ ਵੀ ਨਹੀਂ ਡਰਦੇ, ਤੁਸੀਂ ਖੜੇ ਆ ਤਕੜੇ ਤੌਰ ਤੇ, ਵੀ ਮਾੜੀ ਜੀ ਬ੍ਰੇਕ ਲੱਗ ਜੇ ਬੰਦਾ ਡਿੱਗ ਸਕਦਾ। ਕਹਿੰਦਾ ਲੈ ਕੋਈ ਪਰਵਾਹ ਨਹੀਂ ਹੈਗੀ। ਮੈਂ ਕਹਿੰਦਾ ਕਾਲੀਆਂ ਚੋਂ ਆਇਆ ਹੋਇਆ, ਛੱਡਤਾ ਉਹਨਾਂ ਨੂੰ। ਆਹ ਕੰਮ ਵੀ ਬਹੁਤ ਹੈਗਾ। ਜਾਨੀ ਕੋਈ ਗੱਡੀ ਆ, ਉਹਦੇ 'ਚ 6 ਜਾਣੇ ਆ, ਜਿਹਦੇ 'ਚ 4-5 ਕਿਸਮ ਦੇ ਬੰਦੇ ਹੈਗੇ ਆ ਤੇ ਰਾਜੇਵਾਲ ਦੀ ਜਿੰਦਾਬਾਦ ਕਰ ਰਹੇ ਆ। ਦੂਜੇ ਪਾਸੇ ਬਾਹਰ ਪੋਸਟਰ ਦੇਖੇ, ਕਹਿੰਦੇ ਯਾਰ ਜਲੂਸ ਕਿਹਦਾ ਲੰਘਿਆ, ਮੈਂ ਤੈਨੂੰ ਕਹਿੰਦਾ ਵੋਟਾਂ ਕਿਵੇਂ ਪੈਂਦੀਆਂ। ਉਹ ਕਹਿੰਦੇ ਜੀ ਇਹ ਪਾਰਟੀ ਦਾ ਬਾਗੀ ਹੋ ਗਿਆ ਕਾਂਗਰਸ ਦਾ, ਸਮਰਾਲੇ ਤੋਂ, ਅਮਰੀਕ ਸਿੰਘ, ਤੇ ਉਹਦੀਆਂ ਬੜਾ ਵੱਡਾ ਜਲੂਸ ਕੱਢਿਆ ਉਹਨੇ, ਵੱਡੇ ਵੱਡੇ ਗੁਬਾਰੇ ਤਾਂ ਨੂੰ ਚੜਾਏ ਸੀਗੇ, ਹੋਰ ਝੰਡੀਆਂ ਫੰਡੀਆਂ ਸਾਰੀਆਂ, ਮੁਕਾਬਲਾ ਪੂਰਾ। ਕਹਿੰਦੇ ਜੀ ਐਤਕੀ ਨੂੰ ਟਿਕਟ ਨਹੀਂ ਮਿਲੀ, ਕਹਿੰਦਾ ਮੈਂ ਇਹਨਾਂ ਦੀ ਮੰਜੀ ਠੋਕੂ। ਆ ਵੀ ਕੁਝ ਚੱਲੀ ਜਾਂਦਾ। ਜਿਹੜੀ ਪਾਰਟੀਆਂ ਅੰਦਰ ਵੀ ਇਹ ਨਹੀਂ ਵੀ ਪਾਰਟੀ ਨੂੰ
ਬੰਦਾ ਕੈਂਡੀਡੇਟ ਖੜਾ ਹੋ ਗਿਆ ਤੇ ਬਾਕੀ ਦੇ ਨੇ ਕਹਿਤਾ ਸੱਤ ਬਚਨ ਜੀ ਅਸੀਂ ਤੇ ਜੱਦੀ ਪੁਸ਼ਤੀ ਤੁਹਾਨੂੰ ਵੋਟਾਂ ਪਾਉਂਦੇ ਆ ਰਹੇ ਨਾ। ਉੱਥੇ ਵੀ ਕੋਈ ਕਿੱਧਰ ਨੂੰ ਕੋਈ ਲਾਕੜੀ ਚਲੇ ਜਾਂਦਾ, ਕੋਈ ਇੰਡੀਪੈਂਡੈਂਟ ਹੋ ਜਾਂਦਾ, ਕੋਈ ਦੂਜਿਆਂ ਨਾਲ ਰਲ ਜਾਂਦਾ, ਕੋਈ ਅੰਦਰ ਖਾਤੇ ਵੋਟ ਪਾਉਂਦਾ, ਕੋਈ ਬਾਹਰ ਖਾਤੇ ਸਮਝੌਤਾ। ਸਾਨੂੰ ਵੀ ਕਿੰਨੇ ਫੋਨ ਆਉਂਦੇ ਆ, ਓਏ ਫਲਾਨ ਤੁਹਾਡਾ ਕੁਛ ਨਹੀਂ ਬਣਨਾ, ਆ 30 ਸੀਟਾਂ ਤੇ ਫਲਾਣੇ ਨਾਲ ਸਮਝੌਤਾ ਕਰ ਲਓ, ਤੁਸੀਂ ਸਾਨੂੰ ਪਵਾ ਦਿਓ ਅਸੀਂ ਤੁਹਾਨੂੰ ਪਵਾ ਦਿੰਨੇ ਆ। ਕਈ ਕੁਛ ਜਗਾੜ ਬਾਜੀ ਗੇੜ ਬਾਜੀ, ਯਾਨੀ ਲੋਕਾਂ ਦੇ ਮਨ ਨੂੰ ਕਿਵੇਂ ਕੰਟਰੋਲ ਕਰਨਾ ਇਹ ਪਾਰਟੀਆਂ ਦਾ ਕੰਮ ਆ। ਵੋਟਰ ਦਾ ਕੰਮ ਇਹ ਹੈ ਕਿ ਮੈਂ ਕਿਵੇਂ ਇਹਨਾਂ ਦੇ ਸਕੰਜੇ ਤੋਂ ਬਚਣਾ ਤੇ ਆਪਣੇ ਹਿੱਤ ਦੀ ਪੂਰਤੀ ਕਿਵੇਂ ਕਰਨੀ ਆ। ਇਹ ਤੇ ਹੋ ਗਿਆ ਨਾਰਮਲ ਪ੍ਰੋਸੀਜਰ। ਦੋ ਗੱਲਾਂ ਹੋ ਰਿਹਾ ਵੋਟਾਂ ਬਾਰੇ ਜਿਹੜੀਆਂ ਇੰਡੀਆ 'ਚ ਜਾਂ ਪੰਜਾਬ 'ਚ ਵੀ ਚੱਲਦੀਆਂ। ਇੱਕ ਹੈ ਗਰੀਬ ਤਬਕਾ, ਉਹਨਾਂ ਨੂੰ ਬਹੁਤੀ ਵਾਰੀ ਜਾਂ ਤੇ ਦਬਾਅ 'ਚ ਵੋਟਾਂ ਪੈ ਜਾਂਦੀਆਂ ਵੀ ਚੰਗਾ ਫਿਰ ਪਾ ਕੇ ਦੂਜੇ ਪਾਸੇ ਦੇਖੀ, ਫਿਰ ਆਉਣਾ ਤੇ ਇੱਥੇ ਹੀ ਆ, ਮੇਰੇ ਹੀ ਖੇਤਾਂ 'ਚ ਆਉਣਾ ਜਾਂ ਮੇਰੇ ਹੀ ਕੰਮ ਤੇ ਆਉਣਾ, ਮੇਰੀ ਫੈਕਟਰੀ 'ਚ ਆਉਣਾ, ਮੇਰੀ ਦੁਕਾਨ ਤੇ ਆਉਣਾ। ਇੱਕ ਤੇ ਇਹ ਕੰਮ ਚੱਲਦਾ, ਉਹਨਾਂ ਤੋਂ ਵੋਟਾਂ ਪਵਾ ਲਈਆਂ ਜਾਂਦੀਆਂ। ਦੂਜਾ ਜਿਹੜੇ ਬਿਲਕੁਲ ਹੀ ਮਾਤੜ ਸਾਥੀ ਵਲਨਰੇਬਲ ਆ, ਜਿਨ੍ਹਾਂ ਨੂੰ ਵੋਟ ਲੱਗਦਾ ਐਵੇਂ ਇੱਕ ਤੇ ਕੰਜਰਖਾਨਾ ਹੀ ਆ, ਇਹਦੇ 'ਚ ਕੀ ਪਿਆ ਆ, ਵੋਟ ਜਿੱਥੇ ਮਰਜ਼ੀ ਪਵਾ ਲਓ, ਜੇ 2 ਬੋਤਲਾਂ ਹੈਗੀਆਂ ਤੇ ਦੇ ਦਿਓ। ਇਹ ਵੀ ਇੱਕ ਵੱਡਾ ਸੈਕਸ਼ਨ ਹੈ। ਟਰੱਕਾਂ ਦੇ ਟਰੱਕ ਉਤਰੇ ਪਏ ਆ, ਪਟਿਆਲੇ 'ਚ ਚੱਲ ਰਿਹਾ, ਹੋਰ ਜਗ੍ਹਾ ਚੱਲ ਰਿਹਾ, ਮੈਨੂੰ ਪਤਾ ਲੱਗਦਾ, ਸਾਰੇ ਆਪਾਂ ਵਿੱਚ ਹੀ ਫਿਰਦੇ, ਪਤਾ ਤੇ ਲੱਗੀ ਜਾਂਦਾ। ਬਿਲਕੁਲ ਇਹ ਵੱਡੇ ਪੱਧਰ ਤੇ ਦਾਰੂ ਹਰ ਕਿਸਮ ਦੀ, ਕੋਈ ਅੱਜ ਰੌਲਾ ਪਾਈ ਜਾ ਰਿਹਾ ਸੀ ਲਾਊਡ ਸਪੀਕਰ ਤੇ 20 ਬੰਦੇ ਦਾਰੂ ਪੀ ਕੇ ਮਰ ਗਏ, ਉਹ ਕੱਚੀ ਦਾਰੂ ਸੀ, 100 ਬੰਦਾ ਹਸਪਤਾਲ ਚਲਾ ਗਿਆ, ਇਹੋ ਜੀ ਗੱਲ ਵੀ ਹੁਣ ਮੇਰੇ ਕੋਲ ਤੇ ਖਬਰ ਨਹੀਂ, ਤੁਹਾਡੇ ਕੋਲ ਹੈਗੀ ਤੇ ਦੱਸ ਦਿਓ। ਹਾਂ, ਇਹੋ ਜਿਹਾ ਕੁਝ ਚੱਲੀ ਜਾਂਦਾ, ਪਰ ਅੱਗੇ ਮਰੇ ਸੀਗੇ, ਜੇ ਹੁਣ ਵੀ ਨਹੀਂ ਮਰੇ ਹੋਣਗੇ। ਇਹ ਕੰਮ ਵੀ ਵਿੱਚ ਹੀ ਚੱਲੀ ਜਾਂਦਾ, ਜਾਣੀ ਲੋਭ ਲਾਲਚ 'ਚ ਕਿਸੇ ਨੂੰ ਉਂਝ ਭਰੋਸਾ ਦੇ ਦਿੱਤਾ। ਇੱਕ ਵੱਡਾ ਸੈਕਸ਼ਨ ਇਹ ਵੀ ਹੈ ਜਿਹੜਾ ਇਹਨਾਂ ਦੀਆਂ ਡੈਮਾਗੋਗੀ, ਜਿਹੜੇ ਆ ਡੁਗਡੁਗੀ ਵਜਾਉਂਦੇ ਆ, ਵਿੱਚੇ ਕੇਜਰੀਵਾਲ, ਵਿੱਚੇ ਬਾਕੀ ਪਾਰਟੀਆਂ, ਹਜ਼ਾਰ ਦਿਆਂਗੇ ਜੀ, ਐਤਕੀ ਲੈਪਟਾਪ ਦੇ ਦਾਂਗੇ ਜੀ, ਐਤਕੀ ਟੈਲੀਫੋਨ ਲਵਾ ਦਾਂਗੇ, ਐਤਕੀ ਸਕੂਟਰ ਦੇ ਦਾਂਗੇ ਤੁਹਾਨੂੰ, ਅਸੀਂ ਬੱਸਾਂ ਦੇ ਦਿਆਂਗੇ। ਸਕੂਟੀ ਦਾ ਵੀ ਕਿਸੇ ਨੇ ਕਿਹਾ, ਪਤਾ ਨਹੀਂ ਕਿਹੜੀ ਪਾਰਟੀ ਨੇ ਕਿਹਾ, ਕਾਂਗਰਸ ਵਾਲਿਆਂ ਨੇ ਕਿਹਾ ਵੀ ਆਹ ਸਕੂਟੀ ਦਿਆਂਗੇ ਤੁਹਾਨੂੰ, ਵੀ ਤੁਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਤੁਹਾਨੂੰ ਚੰਗੀ ਪੜ੍ਹਾਈ ਦਿਆਂਗੇ, ਤੁਹਾਨੂੰ ਚੰਗੀਆਂ ਹੈਲਥ ਸੇਵਾਵਾਂ ਦਿਆਂਗੇ, ਵਧੀਆ ਤੋਂ ਵਧੀਆ ਡਾਕਟਰ ਪੈਦਾ ਕਰਾਂਗੇ ਤੇ ਉਹਨਾਂ ਦੀਆਂ ਸੇਵਾਵਾਂ ਵੀ ਦਵਾਵਾਂਗੇ। ਇਹੋ ਜੀ ਗੱਲ ਕਦੀ ਕੋਈ ਨਹੀਂ ਵਾਅਦਾ ਕਰਦੇ। ਸਰਕਾਰੀ ਖਜ਼ਾਨੇ ਨੂੰ ਲਟਾਉਣਾ ਕਿਵੇਂ ਆ, ਉਹ ਪਹਿਲਾਂ ਹੀ ਕੇਜਰੀਵਾਲ ਨੇ 1000 ਰੁਪਈਆ ਸਾਰੀਆਂ ਔਰਤਾਂ ਨੂੰ 18 ਸਾਲ ਤੋਂ ਉੱਪਰ ਦੀਆਂ ਉਹਨਾਂ ਸਾਰੀਆਂ ਨੂੰ ਦੇਣਾ, ਕਿਉਂਕਿ ਵੋਟ 18 ਸਾਲ ਦੀ ਪੈਂਦੀ ਹੈ। ਸਿੱਧੀ ਵੱਡੀ ਖੋਰੀ ਤੇ ਲਾਲਚ ਲੋਭ ਦੇ ਕੇ, ਇਹ ਵੀ ਇੱਕ ਕੰਮ ਵਿੱਚ ਹੀ ਪਾਰਟੀਆਂ ਵੱਲੋਂ ਚੱਲਦਾ। ਜਾਣੀ ਇਹੋ ਜੀ ਧੂੜ ਚੜ੍ਹਦੀ ਆ ਵੋਟਾਂ ਵੇਲੇ ਕਿ ਬੰਦਾ ਕਈ ਵਾਰੀ ਤੇ ਮੈਨੂੰ ਨਹੀਂ ਲੱਗਦਾ ਵੀ ਇੰਨਾ ਕੁਝ ਬੰਬਾਰਡਮੈਂਟ ਉਹਦੇ ਤੇ ਲਗਾਤਾਰ ਹਰ ਪਾਰਟੀ ਧੂਤਾ ਵਜਾ ਕੇ, ਪੁੱਛਗਿੱਛ ਰਾਹੀਂ, ਰਿਸ਼ਤੇਦਾਰ ਰਾਹੀਂ, ਹੱਥ ਜੋੜ ਕੇ, ਪਰਚਿਆਂ ਰਾਹੀਂ, ਫਲੈਕਸਾਂ ਰਾਹੀਂ, ਰੇਡੀਓ ਰਾਹੀਂ, ਐਡਵਰਟਾਈਜ਼ਮੈਂਟ ਰਾਹੀਂ, ਕਿਹੜੀ ਚੀਜ਼ ਹੈ ਜਿਹੜੀ ਨਹੀਂ ਵੋਟਰ ਦੇ ਸਿਰ 'ਚ ਠਾ ਥੌੜਿਆਂ ਵਾਂਗੂ ਵੱਜਦੀ। ਮੈਂ ਤੇ ਕਹਿੰਦਾ ਤਗੜੇ ਹੀ ਆ ਵੋਟਰ, ਉਹਦੇ ਬਾਵਜੂਦ ਵੀ ਫਿਰ ਵੀ ਆਪਣੀ ਹੋਸ਼ ਬਣਾਈ ਰੱਖਦੇ ਆ ਆਖਰੀ ਦਿਨ ਤੱਕ। ਤੇ ਠੀਕ ਆ, ਅੱਜ ਜਦੋਂ ਸਾਡੀ ਇਹ ਬੁਲੇਟਿਨ ਜਾਰੀ ਹੋ ਰਿਹਾ ਤੇ ਉਦੋਂ ਲੋਕ ਸੋਚ ਰਹੇ ਹੋਣਗੇ ਵੀ ਕੁੱਟਮਾਰ ਤੇ ਬਹੁਤ ਪੈ ਗਈ, ਠਾ ਸੋਟੇ ਬਹੁਤ ਮਾਰੇ ਸਾਰੀਆਂ ਪਾਰਟੀਆਂ ਨੇ, ਇਸ਼ਤਿਹਾਰਬਾਜ਼ੀ ਨੇ। ਹੁਣ ਅੱਜ ਆਰਾਮ ਨਾਲ ਸੋਚੀਏ ਕਿ ਸੱਚੀ ਮੁੱਚੀ ਵੋਟ ਕਿੱਥੇ ਪਾਈਏ, ਇਹ ਵੱਡਾ ਸਵਾਲ ਇਹ ਸਾਰੀ ਭੂਮਿਕਾ ਦੇ ਵਿੱਚ। ਬਿਲਕੁਲ ਮੈਨੂੰ ਲੱਗਦਾ ਕਿ ਲੋਕਾਂ ਨੂੰ, ਜਿਹੜੇ ਵੀ ਮੇਰੇ ਵੀਰ ਸੁਣਦੇ ਆ ਤੇ ਉਹ ਵੀਡੀਓ ਜੇ ਗਾਂ ਵੀ ਭੇਜਣ, ਮੈਂ ਇਹ ਵੀਡੀਓ ਦੀ ਗੱਲ ਕਰਦਾ, ਮੈਂ ਤੁਹਾਨੂੰ ਪਤਾ ਕਦੀ ਇੰਜ ਕਹਿੰਦਾ ਨਹੀਂ ਕਿ ਵੋਟ ਪਾਉਣੀ ਚਾਹੀਦੀ ਹੈ ਜਿੱਥੇ ਪੰਜਾਬ ਦਾ ਫਾਇਦਾ, ਜਿੱਥੇ ਪੰਜਾਬੀਅਤ ਦਾ ਫਾਇਦਾ, ਜਿੱਥੇ ਸਾਡੀ ਖੇਤੀ, ਵਰਕਰ, ਮਜ਼ਦੂਰ, ਔਰਤ, ਬੇਰੁਜ਼ਗਾਰ ਨੌਜਵਾਨ, ਇਹਨਾਂ ਸਾਰਿਆਂ ਦਾ ਫਾਇਦਾ, ਉੱਥੇ ਵੋਟ ਪਾਉਣੀ ਚਾਹੀਦੀ। ਕਿਉਂ? ਮੈਂ ਸਾਰਿਆਂ ਤੋਂ ਇਹ ਉਮੀਦ ਨਹੀਂ ਕਰਦਾ ਕਿ ਉਹ ਫੈਸਲੇ ਇਸੇ ਤਰੀਕੇ ਨਾਲ ਵੱਡੇ ਕੈਨਵਸ ਤੇ ਲੈਣਗੇ, ਕਿਉਂਕਿ ਉਹਨਾਂ ਦਾ ਚੁੱਲ੍ਹਾ ਇੱਧਰੋਂ ਕਮਾਇਆ, ਇੱਧਰ ਖਾਧਾ, ਰੋਜ਼ ਪਤਾ ਨਹੀਂ ਹੁੰਦਾ ਸ਼ਾਮ ਤੱਕ ਗਰਮ ਹੋਣਾ ਕਿ ਨਹੀਂ ਹੋਣਾ। ਉਹਨਾਂ 'ਚ ਬਹੁਤ ਸਾਰੇ ਸ਼ਿਕਾਰ ਹੋ ਜਾਂਦੇ ਆ ਲੋਭ ਲਾਲਚ ਦਾ, ਪੈਸੇ ਦਾ, ਹੋਰ ਦਾ। ਮੈਂ ਉਹਨਾਂ ਨੂੰ ਦੋਸ਼ ਨਹੀਂ ਦਿੰਦਾ। ਜੇ ਅਸੀਂ ਇੰਨਾ ਗੁਰਬਤ 'ਚ ਰੱਖਾਂਗੇ ਉਹਨਾਂ ਨੂੰ ਸੁਖਵਿੰਦਰ, ਇੰਨਾ ਉਹਨਾਂ ਨੂੰ ਲਾਚਾਰ ਕਰਕੇ ਰੱਖਾਂਗੇ ਕਿ ਉਹ ਆਪਣੀ ਇੱਜ਼ਤ, ਸਵੈਮਾਨ, ਆਤਮਾ 5000 ਰੁਪਏ 'ਚ ਵੇਚ ਦਿੰਦੇ ਆ।
ਬਿਲਕੁਲ ਤੇ ਫਿਰ ਆਪਾਂ ਕਿੰਨਾ ਉਹਨਾਂ ਨੂੰ ਕਮਜ਼ੋਰ ਕਰਕੇ ਰੱਖਿਆ। ਇਹ ਅਸੀਂ ਰੱਖਿਆ, ਉਹ ਆਪ ਥੋੜੀ ਹੋਏ ਆ, ਕੋਈ ਕਮਜ਼ੋਰ ਹੋਣਾ ਚਾਹੁੰਦਾ। ਇਹ ਜਦੋਂ ਜੋ ਲੋਕ ਲੈਂਦੇ ਆ ਛੋਟੇ ਛੋਟੇ ਲੋਭ ਚ ਸਾਰਾ ਕੁਝ ਕਰਦੇ ਆ, ਤੇ ਜਿਹੜੀ ਸਾਡੀ ਮਿਡਲ ਕਲਾਸ ਉਹਨਾਂ ਵੱਲ ਐਉਂ ਉਂਗਲਾਂ ਕਰਦੀ ਆ, ਉਹਨਾਂ ਨੂੰ ਆਪਣੇ ਮੂੰਹ ਤੇ ਚਪੇੜ ਮਾਰਨੀ ਚਾਹੀਦੀ ਆ, ਕਿਉਂਕਿ ਇਹਨਾਂ ਨੇ ਉਹਨਾਂ ਦਾ ਹਿੱਸਾ ਖਾਦਾ, ਉਹ ਗਰੀਬ ਰਹਿ ਗਏ, ਇਹ ਤਕੜੇ ਹੋ ਗਏ, ਤੇ ਹੁਣ ਉਧਰ ਉਂਗਲੀਆਂ ਕਰਦੇ ਆ ਕਿ ਇਹ ਸਾਡੇ ਵਾਂਗੂ ਸੋਚ ਕੇ ਵੋਟ ਕਿਉਂ ਨਹੀਂ ਪਾਉਂਦੇ। ਕਿੱਦਾਂ ਪਾਉਣ, ਕਿੱਦਾਂ ਪਾਉਣ? ਸੋਚਣ ਦਾ ਟਾਈਮ ਕਿੱਥੇ ਦਿੰਦੇ ਤੁਸੀਂ? ਉਹ ਸੋਚਣ ਵੀ ਤੇ ਕੀ ਸੋਚਣ? ਉਹ ਤੇ ਇਹ ਸੋਚਣਗੇ ਕਿ ਮੇਰੇ ਸਿਰ ਤੇ ਛੱਤ ਹੈ ਕਿ ਨਹੀਂ, ਮੇਰੀ ਟੂਟੀ ਚ ਪਾਣੀ ਆ ਗਿਆ ਕਿ ਨਹੀਂ, ਬਿਜਲੀ ਦਾ ਬਿੱਲ ਐਡਾ ਭਾਰਾ ਆ ਗਿਆ, ਦਿੱਤਾ ਜਾਊ ਕਿ ਨਹੀਂ ਜਾਊ, ਨਿਆਣੇ ਬਿਮਾਰ ਆ, ਗਵਾਂਢ ਵਾਲਾ ਡਾਕਟਰ ਜਿਹੜਾ ਝੋਲਾ ਛਾਪ ਡਾਕਟਰ ਹੈ ਉਹਦੇ ਛਿੱਲ ਲਾਈ ਜਾਂਦਾ। ਉਹ ਇਹ ਸੋਚਦਾ ਕਿ ਦਵਾਈ ਦਵਾਵਾਂ ਜਾਂ ਨਾ ਦਵਾਵਾਂ, ਜਾਂ ਬਿਮਾਰੀ ਨੂੰ ਇੰਝ ਹੀ ਰਹਿਣ ਦਿਆਂ। ਇਹ ਹਾਲਤ ਆ ਗਰੀਬ ਦੀ। ਜਦੋਂ ਇਹ ਇੱਕ ਆਜ਼ਾਦ ਭਾਰਤ ਵਿੱਚ ਇੱਕ ਆਜ਼ਾਦ ਸੋਚ ਨਾ ਹੋ ਪਾਈ ਹੋਵੇ, ਇੱਕ ਆਜ਼ਾਦ ਇਨਸਾਨ ਜਨਮ ਹੀ ਨਾ ਦਿੱਤਾ ਹੋਵੇ, ਉਹਨੂੰ ਘੜਿਆ ਹੀ ਨਾ ਹੋਵੇ ਸਿਸਟਮ ਦੇ ਅੰਦਰ, ਅਸੀਂ ਤਾਂ ਫਿਰ ਉਮੀਦਾਂ ਕਰੀਏ ਕਿ ਆਪਣੀ ਵਰਗੀਆਂ, ਜਿਸ ਤਰ੍ਹਾਂ IAS ਰਿਟਾਇਰਡ ਆ, IPS ਰਿਟਾਇਰਡ ਸਾਡੇ ਕੋਲ ਹੈਗੇ ਆ, ਜਾਂ ਬ੍ਰਿਗੇਡੀਅਰ ਸਾਹਿਬਾਨ ਹੈਗੇ ਆ, ਉਹ ਰੋਜ਼ ਅਪੀਲਾਂ ਵੀ ਕਰਦੇ ਆ ਕਿ ਕਿਸਾਨਾਂ ਨੂੰ ਵੋਟਾਂ ਪਾਓ। ਉਹਦਾ ਅਸਰ ਵੀ ਹੁੰਦਾ ਉਹ ਮਿਡਲ ਕਲਾਸ। ਅੱਜ ਫਿਰ ਅਪੀਲ ਵੀਡੀਓ ਪਾਈ ਆ ਉਹਨਾਂ ਨੇ, ਇਹ ਸਾਰੀ ਜਗ੍ਹਾ ਕਿਹਾ ਕਿ ਤੁਸੀਂ ਕਿਸਾਨਾਂ ਨੂੰ ਵੋਟ ਪਾਓ। ਅਸੀਂ ਵੀ ਉਹੀ ਕਹਿੰਦੇ ਆ। ਹੁਣ ਮੇਰਾ ਕਹਿਣ ਦਾ ਅਸਰ ਕਿੱਥੇ ਕਿੰਨਾ ਕਿੰਨਾ ਹੋਊਗਾ, ਕਿਉਂ ਹੋਊਗਾ, ਇਹ ਤੇ ਸਾਡੇ ਵੋਟਰ ਸਾਹਿਬਾਨ ਹੀ ਜਾਣਨ। ਪਰ ਬੇਨਤੀ ਇਹੀ ਹੈ ਕਿ ਜੇ ਸਮਾਜ ਅੱਛਾ, ਜੇ ਹਵਾ ਅੱਛੀ, ਜੇ ਪਾਣੀ ਅੱਛਾ, ਤੇ ਜੇ ਪਾਣੀ ਅੱਛਾ ਮਿਲਦਾ ਰਿਹਾ, ਇਹ ਵੀ ਹਾਲਤ ਹੈ ਪੰਜਾਬ ਦੀ, ਪਾਣੀ ਹੋ ਸਕਦਾ ਇੱਕ ਦਿਨ ਮਿਲੇ ਹੀ ਨਾ, ਮਿਲਦਾ ਰਿਹਾ, ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ, ਤਾਂ ਹੀ ਸਮਾਜ ਦੇ ਵਿੱਚ ਮੈਂ ਖੁਸ਼ ਰਹੂੰਗਾ, ਮੇਰਾ ਗਵਾਂਢੀ ਖੁਸ਼ ਰਹੂਗਾ, ਅਸੀਂ ਪੰਜਾਬ ਖੁਸ਼ ਰਹੂਗਾ। ਜੇ ਮੈਂ ਇਹ ਸੋਚਾਂ ਕਿ ਉਹਦੀ ਜੇਬ ਕਿਵੇਂ ਕੱਟਣੀ ਆ, ਉਹਦੇ ਘਰ ਦਾ ਮੈਂ ਆਪਣੇ ਤਾਂ ਗਵਾਂਢੀ ਜਿਹੜਾ ਖੂੰ ਖੂੰ ਕਰਦਾ ਮਰੇ, ਤੇ ਮੈਂ ਇਹਦੇ ਕੋਠੇ 'ਚ ਆਪਣੇ ਡੰਗਰ ਬੰਨਾ, ਜਾਂ ਜਿਹੜੀ ਮੇਰੇ ਨਾਲ ਵੱਟ ਬੰਨਾ ਆ ਉਹ ਕੱਲੀ ਬੁੱਢੀ ਹੈਗੀ ਆ, ਜਾਂਦੀ ਨਹੀਂ ਗਾਂ ਤੁਰੇ, ਤੇ ਮੈਂ ਉਹਦੀ ਜ਼ਮੀਨ ਪਹਿਲਾਂ ਠੇਕੇ ਤੇ ਲਵਾਂ, ਫਿਰ ਮੈਂ ਆਪਣੇ ਨਾਂ ਲਵਾ ਲਾਂ, ਛੱਡਾਂ ਹੀ ਨਾ। ਜੇ ਇਹ ਬੇਕਰਤੂਤੀਆਂ ਅਸੀਂ ਆਪਣੇ ਮਨਾਂ 'ਚ ਰੱਖਣੀਆਂ, ਮੈਲਾਂ ਰੱਖਣੀਆਂ, NRI ਭਰਾ ਤੇ ਸਾਡੇ ਬਹੁਤ ਵਿਕਟਮ ਆ ਇਸ ਗੱਲ ਦੇ, ਬਹੁਤ ਪੀੜਤ ਆ, ਬਹੁਤ ਉਹਨਾਂ ਦੀਆਂ ਜ਼ਮੀਨਾਂ ਇੱਥੋਂ ਪਿੱਛੋਂ ਬਹੁਤੀ ਵਾਰੀ ਉਹਨਾਂ ਦੇ ਰਿਸ਼ਤੇਦਾਰ ਤੇ ਕਈ ਵਾਰੀ ਜਾਣਕਾਰ ਵੀ ਦਬਾ ਲੈਂਦੇ ਆ, ਘਰ ਦਬਾ ਲੈਂਦੇ ਆ। ਇਹ ਦੱਬ ਦਬਾਉਣ ਦੇ ਨਾਲ ਜਿਹੜੀ ਦੱਬੀ ਜਾਂਦੀ ਉਹ ਗਰੀਬ ਨਹੀਂ ਹੋ ਜਾਂਦਾ, ਜਿਹੜਾ ਦੱਬ ਲੈਂਦਾ ਉਹਦਾ ਬਣਦਾ ਕੁਛ ਨਹੀਂ। ਇਹ ਫਿਰ ਕਿਉਂ ਕਰਦੇ ਆ ਅਸੀਂ, ਕਿਉਂ ਕਰਦੇ ਆ ਅਸੀਂ? ਇਹ ਸਾਰੀਆਂ ਚੀਜ਼ਾਂ ਚੋਂ ਬਾਹਰ ਨਿਕਲ ਕੇ, ਜੇ ਇਹ ਗੁਰੂ ਨਾਨਕ ਦੀ ਸੱਚੀ ਮੁੱਚੀ ਤੁਸੀਂ ਮੱਥਾ ਟੇਕ ਟੇਕ ਕੇ ਨੱਕ ਵੀ ਛਿੱਲ ਲੈਂਦੇ ਆ, ਪਰ ਜੇ 4 ਅੱਖਰ ਕੰਨਾਂ 'ਚ ਪਾ ਕੇ ਦਿਮਾਗ ਤੱਕ ਲਿਜਾਓ ਤੇ ਦਿਲ ਤੱਕ ਲਿਜਾਓ, ਤੁਹਾਨੂੰ ਕੁਝ ਉਹਨਾਂ ਦਾ ਰੋਸ਼ਨੀ ਹੋਵੇ, ਦਿਮਾਗ ਰੋਸ਼ਨ ਹੋਵੇ, ਤੁਸੀਂ ਉਹਨਾਂ ਦੇ ਚੱਲੇ ਹੋਏ ਰਾਹ ਤੇ ਚੱਲ ਕੇ ਉਹਨਾਂ ਦੇ ਤੁਸੀਂ ਕਿੰਨਾ ਆਨੰਦ ਮਾਣੋਗੇ, ਕਿੰਨਾ ਤੁਹਾਨੂੰ ਚੰਗਾ ਲੱਗੂ, ਕਿੰਨਾ ਤੁਹਾਡਾ ਦਿਲ ਹਲਕਾ ਹੋਊਗਾ। ਇੱਕ ਲਾਈਫ ਹੀ ਬਿਲਕੁਲ ਤੁਹਾਡੇ ਕੋਲ ਕੁਛ ਨਹੀਂ ਹੈ, ਕੁਛ ਨਹੀਂ ਹੈ, ਹੋ ਸਕਦਾ ਕੁਛ ਵੀ ਨਾ ਹੋਏ, ਸੱਚੀ ਮੁੱਚੀ ਨਾ ਕੁਛ ਹੋਏ, ਪਰ ਫਿਰ ਵੀ ਤੁਹਾਡੇ ਕੋਲ ਸਾਰਾ ਕੁਛ ਹੋਊਗਾ। ਇਹ ਜਿਹੜੀ ਸੋਚ ਹੈਗੀ ਕਿ ਨਾ ਕੁਛ ਹੁੰਦਿਆਂ ਹੋਇਆਂ ਵੀ ਸਾਰਾ ਕੁਝ ਹੋਣਾ, ਉਹਦੇ ਤੇ ਚੱਲ ਕੇ ਮੇਰੇ ਵੀਰ ਦੇਖਣ, ਤੇ ਤਾਂ ਜਾ ਕੇ ਅਸੀਂ ਇੱਕ ਚੰਗਾ ਸਮਾਜ, ਚੰਗਾ ਇਨਸਾਨ ਤੇ ਚੰਗੇ ਵੋਟਰ ਪੈਦਾ ਕਰ ਸਕਾਂਗੇ। ਮੈਂ ਸਮਝਿਆ ਗੱਲ ਕਿੱਥੇ ਲਿਆਉਣੀ ਚਾਹੁੰਦਾ। ਚੰਗੇ ਵੋਟਰ ਤਾਂ ਹੀ ਹੋਣਗੇ ਡੈਮੋਕ੍ਰੇਸੀ ਲਈ, ਜੇ ਉਹਨਾਂ ਦੀ ਸਿਹਤ ਠੀਕ ਆ, ਐਜੂਕੇਸ਼ਨ ਆ, ਨੌਕਰੀ ਹੈਗੀ ਆ, ਕੋਈ ਉਹਨਾਂ ਨੂੰ ਥਾਣਿਆਂ 'ਚ ਤੰਗ ਨਹੀਂ ਕਰ ਰਿਹਾ, ਕੋਈ ਉਹਨਾਂ ਦੇ ਕਚਹਿਰੀਆਂ 'ਚ ਲੁੱਟ ਨਹੀਂ ਰਿਹਾ, ਕੋਈ ਉਹਨਾਂ ਦੇ ਸਮਾਜ ਦੇ ਅੰਦਰ ਕੋਈ ਦੁੱਖ ਹੀ ਨਹੀਂ, ਕੋਈ ਬੁੱਢਾ ਗਿਰ ਗਿਆ ਤੇ ਉਹਦਾ ਹੱਥ ਫੜਦਾ, ਕੋਈ ਸੜਕ ਤੇ ਐਕਸੀਡੈਂਟ ਹੋ ਗਿਆ ਤੇ ਉਹਨੂੰ ਹਸਪਤਾਲ ਲਿਜਾਂਦੇ ਆ, ਗੁਆਂਢ 'ਚ ਕੋਈ ਚੀਕਾ ਮਾਰ ਰਿਹਾ ਉਹਦੇ ਜਾਂਦੇ ਭੱਜ ਕੇ ਉਹਨੂੰ ਨਾਲ ਲੈ ਕੇ ਜਾਂਦੇ ਆ, ਉਹਨੂੰ ਆਪਣਾ ਸਮਝਦੇ ਆ। ਇਹ ਸਮਾਜ ਤੇ ਚਿਤਵਿਆ ਸਾਡੇ ਪੀਰਾਂ ਪੈਗੰਬਰਾਂ ਨੇ ਵੀ, ਸਾਡੇ ਵੱਡੇ ਵਡੇਰਿਆਂ ਨੇ ਵੀ, ਸਾਡੇ ਗੁਰੂ ਸਾਹਿਬਾਨਾਂ ਨੇ ਵੀ। ਉਹ ਕਿੱਥੇ ਮਾਨਵਤਾ ਗਈ, ਮਾਨਵਵਾਦੀ ਸੋਚ ਕਿੱਥੇ ਗਈ, ਮਾਨਵਵਾਦੀ ਫਲਸਫਾ ਕਿੱਥੇ ਗਿਆ, ਮਾਨਵ ਕੀ ਜਾਤ ਸਭੈ ਕੀ ਪਹਿਚਾਨ ਉਹ ਕਿੱਥੋਂ ਆ ਗਿਆ ਸਾਰਾ? ਇੱਥੇ ਹੋਰ ਹੀ ਮੇਰੇ ਵੀਰ ਤਮਾਚੜਾ ਪਾਉਂਦੇ ਆ, ਔਰ ਪੋਲੀਟੀਸ਼ੀਅਨ ਸਾਰੇ ਸਮਾਜ ਨੂੰ ਚੰਗੀ ਤਰ੍ਹਾਂ ਸਮਝਦੇ ਆ। ਜਿੱਥੇ ਮਾੜੀ ਜੀ ਤੇੜ ਆ, ਸਵੇਰੇ ਥੌੜੀ ਤੇ ਫਾਨਾ ਲੈ ਕੇ ਚੱਲ ਪੈਂਦੇ, ਠਾ ਮਾਰਿਆ ਪਾੜ ਕੇ ਸੁੱਟਦਾ,
ਜਿਵੇਂ ਲੱਕੜ ਹੱਥੋਂ ਪਾੜ ਕੇ ਸੁੱਟਦੇ ਆ, ਹੱਥੋਂ ਆਉਂਦੇ ਸੀ ਸਾਡੇ ਕਸ਼ਮੀਰੀ, ਉਹ ਲੱਕੜ ਐਂ ਮਾਰਦੇ ਸਖਤ ਤੋਂ ਸਖਤ ਪਾੜ ਕੇ। ਜਿੱਡਾ ਮਰਜ਼ੀ ਜੁੜਿਆ ਸ਼ਾਂਤਮਈ ਸਮਾਜ ਹੋਏ, ਇਹਨਾਂ ਦੇ ਟੇਟੇ ਚੜ ਜੇ ਸਹੀ, ਲੀਰੋ ਲੀਰ ਕਰਕੇ ਰੱਖ ਦਿੰਦੇ, ਸ਼ਾਮ ਤੱਕ ਅੱਗਾਂ ਲਵਾ ਦਿੰਦੇ, ਬਿਲਕੁਲ ਤਾਂ ਕਿ ਇਹਨਾਂ ਦੀ ਜਗ੍ਹਾ ਬਣੇ, ਲੋਕ ਇਹਨਾਂ ਕੋ ਜਾਣ, ਇਹਨਾਂ ਕੋਲ ਹੇ ਪ੍ਰਭੂ, ਹੇ ਸਾਡੇ ਲੀਡਰ ਸਾਹਿਬਾਨ, ਸਾਡੇ ਤੇ ਬਹੁਤ ਕੁਝ, 5-5 ਲੱਖ ਦਾ ਮੁਆਵਜ਼ਾ ਦੇ ਦਿਓ, 10 ਲੱਖ ਦੇ ਬਗੈਰ ਤੇ ਸਾਡੀ ਛੱਤ ਨਹੀਂ। ਉਹ ਅੱਗਿਓਂ ਕੋਈ ਨਹੀਂ, 2 ਲੱਖ ਆ ਹੁਣੇ ਲੈ ਜਾ, ਬਾਕੀ ਆ ਜਾਊਗਾ। ਬਾਕੀ ਕਿੰਨੇ ਦੇਣਾ? ਵੋਟ ਪੱਕੀ ਕਰ ਲਈ। ਉਹ ਵੋਟਾਂ ਵਾਲੇ ਵੋਟਾਂ ਪੱਕੀਆਂ ਕਰਦੇ ਆ, ਤੁਸੀਂ ਵੋਟਰ ਵਾਲੇ ਜਿਹੜੇ ਵੋਟਾਂ ਲੈਣ ਵਾਲੇ ਵੋਟਾਂ ਪੱਕੀਆਂ ਕਰਦੇ, ਤੁਸੀਂ ਜਿਹੜੇ ਵੋਟਰ ਵੋਟਾਂ ਪਾਉਣ ਵਾਲੇ ਆ, ਤੁਸੀਂ ਆਪਣੇ ਆਪ ਨੂੰ ਪੱਕੇ ਕਰੋ, ਆਪਣਾ ਦਿਲ ਠੀਕ ਕਰੋ, ਸਮਾਜ ਨੂੰ ਸੁਧਾਰੋ, ਸੁਥਰਾ ਸਮਾਜ ਬਣਾਓ। ਸੋਹਣੇ ਬਗੀਚੇ 'ਚ ਹੀ ਸੋਹਣੇ ਪੰਛੀ ਆਉਣਗੇ, ਸੋਹਣੇ ਬਾਗ ਦੇ ਵਿੱਚ ਹੀ ਕੋਈ ਬੈਠਣਾ, ਖੁਸ਼ਬੂਆਂ ਆਉਣਗੀਆਂ। ਜੇ ਉਜੜਿਆ ਬਾਗ ਆ, ਫਿਰ ਗਾਲੜੀ ਪਟਵਾਰੀ ਹੋਣਗੇ। ਗਾਲੜ ਸਮਝਦੇ ਆ, ਕਾਂਟੋ ਨੂੰ ਕਹਿੰਦੇ ਸਾਡੇ ਮਾਝੇ 'ਚ। ਇੱਕ ਪੇਂਡੂ ਕਹਾਵਤ ਹੈ ਵੀ ਉਜੜੇ ਬਾਗਾਂ ਦੇ ਗਾਲੜ ਪਟਵਾਰੀ, ਜਾਂ ਫਿਰ ਇਹੋ ਜਿਹੇ ਮਿਰਜੇ ਹੋਣਗੇ, ਜਿਹੜਾ ਕਹਿੰਦੇ ਗਾਣਾ, ਗਲੀਆਂ ਹੋ ਜਾਣ ਸੁੰਜੀਆਂ ਵਿੱਚ ਮਿਰਜਾ ਯਾਰ ਫਿਰੇ, ਦੁਰ ਫਿੱਟੇ ਮੂੰਹ। ਲੱਗਦਾ ਮੈਨੂੰ ਤੇ ਵੀ ਇਹ ਸੁੰਜੀਆਂ ਗਲੀਆਂ 'ਚ ਕੀ ਕਰੂ ਮਿਰਜਾ। ਮੇਰਾ ਕਹਿਣ ਦਾ, ਮੇਰਾ ਵੀਰ, ਗੱਲ ਇਹ ਹੈ ਕਿ ਇਹ ਰਸ ਦਾ ਵਸਦਾ ਬਾਗ ਬਗੀਚਾ, ਸੁਗੰਧਾਂ ਦਿੰਦਾ ਸਮਾਜ ਸਾਡਾ ਹੋਵੇ। ਹੋ ਸਕਦਾ, ਕੋਈ ਵੱਡੀ ਗੱਲ ਨਹੀਂ ਹੈ। ਸੋਚ ਨੂੰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ, ਜੋ ਸਾਡੇ ਵਡੇਰਿਆਂ ਦੀ ਸਿੱਖਿਆ, ਜੋ ਸਾਡੇ ਪਿੰਡ ਦੀ ਫੋਕ ਵਿਜ਼ਡਮ ਹੈਗੀ ਆ, ਜੋ ਦਾਦੀ ਨਾਨੀ ਚਾਚੀ ਸਾਡੀ ਦੱਸਦੀ ਰਹੀ, ਉਹਨੂੰ ਹੀ ਸਮਝ ਲਓ, ਬਾਕੀ ਛੱਡ ਦਿਓ। ਬਿਲਕੁਲ ਉਸ ਨੂੰ ਲਾਗੂ ਕਰੋ, ਜ਼ਿੰਦਗੀ 'ਚ ਉਤਾਰੋ। ਐਵੇਂ ਨਾ ਬਹੁਤੇ ਮੱਥੇ ਟੇਕੀ ਜਾਓ, ਕੋਈ ਕਿਤੇ ਘੰਟੀ ਵਜਾਉਂਦਾ, ਕੋਈ ਧੂਫ ਜਲਾਉਂਦਾ, ਕੋਈ ਕੁਛ ਕਰਦਾ। ਉਹ ਵੀ ਕਰੋ ਸ਼ਾਂਤੀ ਲਈ, ਮੈਂ ਵੀ ਜਾਣਾ, ਮੈਨੂੰ ਕੋਈ ਉਹਦੇ 'ਚ ਆਪੱਤੀ ਨਹੀਂ। ਮੈਂ ਹਰ ਜਗ੍ਹਾ ਜਾਣਾ, ਮੈਂ ਤੇ ਚਰਚ ਵੀ ਜਾਣਾ, ਮੰਦਿਰ ਵੀ ਜਾਣਾ, ਸਭ ਜਗ੍ਹਾ ਜਾਣਾ। ਇਸ ਲਈ ਨਹੀਂ ਕਿ ਕੋਈ ਉੱਥੇ ਮੈਨੂੰ ਮਿਲਦਾ, ਇਸ ਲਈ ਕਿ ਸਾਰੇ ਲੋਕ ਜਾਂਦੇ ਆ, ਮੈਨੂੰ ਉਹਨਾਂ ਦੇ ਨਾਲ ਜਾ ਕੇ ਇੱਕ ਸ਼ਾਂਤੀ ਮਿਲਦੀ ਹੈ ਕਿ ਦੇਖੋ, ਲੋਕ ਕਿਤੇ ਨਾ ਕਿਤੇ ਤੇ ਮਾੜਾ ਮੋਟਾ ਉਹਨਾਂ ਦੀ ਆਸਥਾ ਤੇ ਸ਼ਾਂਤ ਜਿੱਥੇ ਆਪਣੇ ਆਪ ਨੂੰ ਮਹਿਸੂਸ ਕਰਦੇ। ਪਰ ਇਹਨੂੰ ਨਾ ਤਾਲਾ ਲਾਓ, ਇਹਨੂੰ ਖੋਲ ਕੇ ਰੱਖੋ। ਜੇ ਤਾਲਾ ਬਿਲਕੁਲ ਹੀ ਨਾ ਹੋਵੇ ਤੇ ਹੋਰ ਵੀ ਚੰਗਾ ਲੱਗੂਗਾ। ਇਹ ਵੋਟਰਾਂ ਦੀ, ਹੁਣ ਤੁਸੀਂ ਮੇਰੀ ਕਹਾਣੀ ਲੰਮੀ ਕਿੰਨੀ ਪਾਈ ਆ, ਇਹ ਵੋਟਰ, ਹਾਂ ਮੇਰੇ ਵੀਰ, ਤੁਸੀਂ ਮਸਤਰਾ ਹੋ ਜਾਓ, ਕਿਤੇ ਸਵਾਲ ਪੁੱਛਣਾ ਤੇ ਪੁੱਛ ਲਿਓ। ਪਰ ਵੋਟਰ ਜਿਹੜਾ ਵੋਟ ਤਾਂ ਹੀ ਉਦੋਂ ਪਾਊਗਾ, ਉੱਥੇ ਪਾਊਗਾ ਜਿੱਥੇ ਅਸੀਂ ਚਾਹੁੰਦੇ ਆ ਕਿ ਸਮਾਜ ਨੂੰ ਲਿਜਾਣਾ, ਜਦੋਂ ਅਸੀਂ ਉਸ ਨੂੰ ਉਸ ਦੇ ਕਾਬਲ ਪਹਿਲਾਂ ਬਣਾਇਆ ਹੋਊਗਾ, ਫਿਰ ਸਾਡੀ ਉਮੀਦਾਂ ਠੀਕ ਹੈ। ਜੇ ਕਾਬਲ ਨਹੀਂ ਬਣਾਇਆ ਤੇ ਵੋਟ ਚੰਗੀ ਜਗ੍ਹਾ ਸਾਰਿਆਂ ਦੀ ਪਵਾ ਕੇ ਇੱਕ ਚੰਗੀ ਸਰਕਾਰ ਬਣਵਾਉਣੀ, ਉਹ ਬਹੁਤ ਅਤੀ ਇੱਕ ਅਜੇ ਹਾਲ ਦੀ ਘੜੀ ਤੇ ਮੈਨੂੰ ਐਵੇਂ ਲੱਗਦਾ ਕਿ ਜਿਵੇਂ ਡ੍ਰੀਮ ਵਰਲਡ ਆ, ਸੁਪਨਿਆਂ ਦੀ ਦੁਨੀਆ ਹੈਗੀ ਆ, ਜਾਂ ਹਵਾਈ ਕਿਲੇ ਹੈਗੇ। ਪਰ ਫਿਰ ਵੀ ਜਿਹੜੀ ਪਿੱਛੇ ਜਾਗਰਤੀ ਆਈ ਹੈ ਕਿਸਾਨ ਮੂਵਮੈਂਟ ਵਿੱਚ, ਸੁਖਵਿੰਦਰ, ਕਾਫੀ ਲੋਕਾਂ ਨੂੰ ਉਹਦੀ ਚੇਤਨਾ ਵਧੀ ਹੈ। ਕੋਈ ਵੀ ਸਰਕਾਰ ਬਣ ਜੇ, ਮੈਂ ਜਿਹੜੀ ਗੱਲ ਤੁਹਾਨੂੰ ਦੱਸਦਾ, ਕਿਤੇ ਵੀ ਵੋਟ ਪਾ ਦੇਣ ਲੋਕ, ਨਾਲ ਵੋਟ ਦੇ ਨਾਲ ਇੱਕ ਛੋਟਾ ਜਿਹਾ ਏਡਾ ਕੁ ਡੰਡਾ ਹੱਥ 'ਚ ਹੀ ਭਾਵੇਂ ਪਿੱਛੇ ਲਗਾ ਕੇ ਲੈ ਜਾਣ, ਉਹਨਾਂ ਦੇ ਕੋਲ ਹੀ ਹੋਊਗਾ। ਵੋਟ ਇਉਂ ਕਰਕੇ ਉਹ ਡੰਡੇ ਦੇ ਨਾਲ ਥੱਲੇ ਡੱਬੇ 'ਚ ਧੱਕ ਦੇਣਗੇ, ਜਾਂ ਉਹ ਵੋਟ ਕਰਕੇ, ਮੇਰਾ ਮਤਲਬ ਮੈਟਾਫਰ ਹੈ ਨਾ। ਜੇ ਵੋਟਾਂ ਜਿਉਂ ਹੀ ਪੈ ਗਈਆਂ, ਜਿਉਂ ਹੀ ਡਿਕਲੇਅਰ ਹੋ ਗਿਆ, ਉਦੋਂ ਹੀ ਲੋਕਾਂ ਨੇ ਉਹ ਡੰਡੇ ਬਾਹਰ ਕੱਢ ਲੈਣੇ। ਕਾਰਨ ਹੁਣ ਕਹਿੰਦਾ ਸੀ ਆਹ ਦਊਂਗਾ, ਦੇ ਕਿੱਦਾਂ ਨਹੀਂ ਤੂੰ ਦਿੰਦਾ। ਇਸ ਲਈ ਪੰਜਾਬ ਦੇ ਅੰਦਰ ਇਹਨਾਂ ਹਾਲਾਤਾਂ 'ਚ ਕਿਸੇ ਵੀ ਪਾਰਟੀ ਵੱਲੋਂ ਚੁੱਪ ਚਪੀਤੇ ਲੋਕਾਂ ਦਾ ਬੇਵਕੂਫ ਬਣਾ ਕੇ ਰਾਜ ਕਰ ਪਾਉਣਾ ਅਤੀ ਮੁਸ਼ਕਲ ਹੋਊਗਾ। ਇਸ ਲਈ ਜਿਹਨੇ ਵੀ ਕਿਸਮਤ ਜਮਾਉਣੀ ਆ ਜਮਾ ਲੇ। ਲੋਕ ਪਹਿਲਾਂ ਨਾਲੋਂ ਬੜੇ ਤਤਪਰ ਤੇ ਤਿਆਰ ਤੇ ਸੂਝਵਾਨ ਹੋਏ ਆ ਪਹਿਲਾਂ ਨਾਲੋਂ, ਪਰ ਅਜੇ ਵੀ ਬਹੁਤ ਕੁਝ ਕਰਨਾ ਬਾਕੀ। ਇੱਕ ਵੱਡਾ ਹਿੱਸਾ ਆ ਜਿਹਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਤੁਹਾਡਾ ਚੀਫ ਮਿਨਿਸਟਰ ਕੌਣ ਹੈ, ਪ੍ਰਧਾਨ ਮੰਤਰੀ ਤੇ ਛੱਡ ਦਿਓ। ਉਹ ਪ੍ਰੋਫੈਸਰ ਗਿਆਨ ਸਿੰਘ ਆ, ਉਹਨਾਂ ਨੇ ਮਨਰੇਗਾ ਵਰਕਰਾਂ ਤੋਂ, ਜਿਹੜੇ ਮਨਰੇਗਾ ਵਰਕਰ ਜਾਨ ਵੱਡੀ ਉਮਰ ਦੀਆਂ ਔਰਤਾਂ ਹੁੰਦੀਆਂ, 50 45 60 ਸਾਲ ਦੀਆਂ, ਠੀਕ ਹੈ ਨਾ, ਛੋਟੀਆਂ ਤੇ ਬੱਚੇ ਸਾਂਭਦੀਆਂ, ਉਹਨਾਂ ਕੋਲ ਕੰਮ ਹੀ ਨਹੀਂ ਹੈ ਬਾਲਟੇ ਚੁੱਕਣ ਦਾ, ਟੋਕਰੀਆਂ ਚੁੱਕਣ ਦਾ। ਤੇ ਉਹ ਜਿਹੜੀਆਂ ਵੱਡੀਆਂ ਵਿਹਲੀਆਂ ਹੋ ਜਾਂਦੀਆਂ, ਬੱਚੇ ਥੋੜੇ ਵੱਡੇ ਹੋ ਜਾਂਦੇ ਆ, ਉਹ ਫਿਰ ਆ ਕੇ ਤੇ ਦਿਹਾੜੀ ਪਾਉਣ, ਛੋਟੀ ਜਿਹੀ ਦਿਹਾੜੀ ਹੁੰਦੀ, ਬੜੀ ਐਕਸਪਲਾਈਟੇਸ਼ਨ ਹੈ, ਸਲੇਵ ਲੇਬਰ ਹੈ, ਗੁਲਾਮਾਂ ਵਾਂਗੂ ਕੰਮ ਲਿਆ ਜਾਂਦਾ, ਖਾਸ ਕਰ ਬਜ਼ੁਰਗ ਔਰਤਾਂ ਤੋਂ। ਦੁੱਖ ਹੁੰਦਾ, ਬਹੁਤ ਦੁੱਖ ਹੈ। ਸਰਕਾਰੀ ਤੌਰ ਤੇ ਗੁਲਾਮ ਰੱਖੇ ਹੋਏ ਆ, ਸ਼ਰਮ ਨਹੀਂ ਆਉਂਦੀ ਕਿਸੇ ਨੂੰ ਇੱਥੇ, ਪਰ ਰੱਖੇ ਆ। ਚਲੋ ਉਹ ਵੀ ਨਹੀਂ ਮਿਲਦੀ, ਉਹ ਗੁਲਾਮੀ ਦੀ
ਮਜ਼ਦੂਰੀ ਵੀ ਨਹੀਂ ਮਿਲਦੀ ਗੁਲਾਮਦਾਰੀ 'ਚ। ਪਰ ਚਲੋ ਉਹ ਜਿਹੜੇ ਹੈਗੇ ਉਹਨਾਂ ਨੂੰ ਪੁੱਛਿਆ ਉਹਨੇ ਸਵਾਲ ਕਿ ਤੁਸੀਂ ਜਿਸ ਦੁਨੀਆ 'ਚ ਰਹਿੰਦੇ ਆ, ਮੈਨੂੰ ਇਹ ਦੱਸੋ ਤੁਹਾਡਾ ਚੀਫ ਮਿਨਿਸਟਰ ਦਾ ਕੀ ਨਾਮ? ਤੁਸੀਂ ਮੰਨੋਗੇ ਕਿ 90% ਮਨਰੇਗਾ, ਖਾਸ ਬਹੁਤੀਆਂ ਉਹਨਾਂ 'ਚ ਦਲਿਤ ਹੁੰਦੀਆਂ, ਔਰਤਾਂ ਨੂੰ ਇਹ ਨਹੀਂ ਪਤਾ ਕਿ ਤੁਹਾਡਾ ਚੀਫ ਮਿਨਿਸਟਰ ਕਿਹੋ ਜਿਹਾ, ਕੌਣ ਆ, ਉਹਦਾ ਨਾਂ ਕੀ ਹੈ। ਬਿਲਕੁਲ ਸਹੀ ਗੱਲ। ਫਿਰ ਤੁਸੀਂ ਇਹ ਉਮੀਦ ਕਰਦੇ ਕਿ ਉਹ ਕਿਸ ਤਰ੍ਹਾਂ ਵੋਟ ਪਾਉਣਗੇ, ਉਹ ਜੀ ਐਉਂ ਪਾ ਦੇਣਗੇ ਜੀ, ਉਹ ਐਉਂ ਪਾ ਦੇਣਗੇ। ਕਿਵੇਂ ਪਾ ਦੇਣਗੇ? ਹੁਣ ਇੱਥੋਂ ਅੰਦਾਜ਼ਾ ਲਾਓ ਕਿ ਵੋਟ ਉਹਨਾਂ ਨੇ ਕਿਵੇਂ ਪਾਈ ਹੋਊਗੀ। ਆਪਣੇ ਹਸਬੈਂਡ ਦੇ ਕਹਿਣ ਤੇ ਪਾਈ ਹੋਊਗੀ, ਹਸਬੈਂਡ ਨੇ ਉਹ ਗੱਲ ਕਹੀ ਹੋਊਗੀ ਜੋ ਉਹਦੇ ਜਿੱਥੇ ਕੰਮ ਕਰਦਾ ਉਹਨੇ ਕਹੀ ਹੋਊਗੀ। ਉਹਨੇ ਕਿਹਾ ਹੋਊਗਾ ਵੀ ਕੰਮ ਤੈਨੂੰ ਤਾਂ ਮਿਲਣਾ ਜੇ ਵੋਟਾਂ ਦਾ ਮੈਂ ਪਿੰਡ 'ਚ ਸਾਰੀ ਗਿਣਤੀ ਹੋ ਜਾਂਦੀ। ਅੱਜ ਕੱਲ ਇਹ ਵੀ ਬਹੁਤ ਮਾੜੀ ਗੱਲ ਆ। ਹਰ ਪਿੰਡ ਦੀ ਵੋਟ ਪਤਾ ਲੱਗ ਜਾਂਦਾ ਕਿਹਨੂੰ, ਕਿਹੜੀ ਪਾਰਟੀ ਨੂੰ ਕਿੰਨੀ ਪਈ, ਤੇ ਉੱਥੋਂ ਹੀ ਪਤਾ ਲੱਗ ਜਾਂਦਾ ਕਿ ਕਿਹਨੂੰ ਵੋਟ ਕਿਹਨੇ ਪਾਈ ਆ। ਬਿਲਕੁਲ ਮੋਟਾ ਸਾਰਾ ਹੀ ਪਤਾ ਚੱਲ ਜਾਂਦਾ। ਉੱਥੋਂ ਜਾ ਕੇ ਇੰਨਾ ਡਰ ਪੈਦਾ ਹੁੰਦਾ, ਭੈ ਪੈਦਾ ਹੁੰਦਾ। ਇਸ ਤਰੀਕੇ ਨਾਲ ਵੋਟਾਂ ਪੈਂਦੀਆਂ। ਇਹ ਸਮਾਜ ਜੇ ਨਹੀਂ ਤਕੜਾ, ਸਮਾਜ ਕਮਜ਼ੋਰ ਆ, ਸਮਾਜ ਦੱਬਿਆ ਹੋਇਆ, ਨਪੀੜਿਆ ਹੋਇਆ, ਉਹਨੂੰ ਪੜ੍ਹਾਇਆ ਨਹੀਂ, ਸਿਹਤ ਤੇ ਮਾਨਸਿਕ ਤੌਰ ਤੇ, ਆਤਮਾ ਤੌਰ ਤੇ ਪ੍ਰਬਲ ਨਹੀਂ ਕੀਤਾ, ਵੋਟਾਂ ਸਾਡੇ ਜੋ ਅਸੀਂ ਉਮੀਦਾਂ ਕਰਦੇ ਹਾਂ ਉਹਦੇ ਮੁਤਾਬਕ ਨਹੀਂ ਪੈਣਗੀਆਂ। ਹਾਂਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ। ਮੈਂ ਸਵਾਲ ਇਸ ਕਰਕੇ ਘੱਟ ਕਰਦਾ, ਲੋਕ ਵੀ ਕਹਿੰਦੇ ਹੋਣੇ ਕਿ ਤੁਸੀਂ ਪ੍ਰੋਫੈਸਰ ਮਨਜੀਤ ਸਿੰਘ ਦੇ ਵਿਚਾਰ ਸੁਣੋ, ਕਿਉਂਕਿ ਇਹ ਜਿਹੜੀ 20 ਤਰੀਕ ਆ, ਜਦੋਂ ਤੁਸੀਂ ਵੋਟਾਂ ਪਾ ਦੇਣੀਆਂ ਤਾਂ ਉਹਨੇ ਤੈਅ ਕਰਨਾ ਹੈ ਕਿ ਪੰਜਾਬ ਨੇ 5 ਸਾਲ ਗੁਲਾਮ ਰਹਿਣਾ ਜਾਂ ਪੰਜਾਬ ਨੇ ਉਸ ਆਜ਼ਾਦੀ ਦਾ ਨਿੱਘ ਮੰਨਣਾ ਜਿਹਦੇ ਬਾਰੇ ਤੁਸੀਂ ਸੋਚਦੇ ਹੋ ਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਸੀਗੇ, ਇਸ ਕਰਕੇ ਉਹ ਲੈ ਆਏ ਨੇ। ਇਹਦੇ ਵਿੱਚ ਪ੍ਰੋਫੈਸਰ ਸਾਹਿਬ ਵੱਡੀ ਗੱਲ ਇਹ ਆ ਕਿ ਪਿਛਲੇ 1 ਸਾਲ ਦੇ ਅੰਦਰ ਆਪਾਂ ਕਹਿ ਲਈਏ, ਘੱਟੋ ਘੱਟ ਸਾਲ ਹੀ ਲਾ ਲਈਏ, ਕਿ 1 ਸਾਲ 'ਚ ਵਾਪਰੀਆਂ ਘਟਨਾਵਾਂ, ਕਿਸਾਨੀ ਅੰਦੋਲਨ ਜਾਂ ਬੀਜੇਪੀ ਸਰਕਾਰ ਦਾ ਰਵੱਈਆ ਦੇਖਿਆ, ਜਾਂ ਕਾਂਗਰਸ ਸਰਕਾਰ ਦੇ ਵਿੱਚ ਦਾ ਕਾਟੋ ਕਲੇਸ਼ ਦੇਖਿਆ ਪੰਜਾਬ ਦੇ ਵਿੱਚ, ਜਾਂ ਅਸੀਂ ਆਮ ਆਦਮੀ ਪਾਰਟੀ ਵਾਲਿਆਂ ਦੀਆਂ ਨੀਤੀਆਂ ਦੇਖੀਆਂ, ਉਹਨਾਂ ਨੇ ਉੱਥੇ ਕੀ ਕੀਤਾ, ਉਹ ਪੰਜਾਬ 'ਚ ਕਿਵੇਂ ਕਰ ਰਹੇ ਨੇ। ਜਿਵੇਂ ਮੈਂ ਅਰਵਿੰਦ ਕੇਜਰੀਵਾਲ ਨੂੰ ਸੁਣ ਰਿਹਾ ਸੀ, ਉਹ ਕਹਿੰਦੇ ਕਿ ਮੈਨੂੰ ਅੱਤਵਾਦੀ ਕਹਿੰਦੇ ਨੇ। ਦੇਖੋ ਜੀ, ਮੈਂ ਇੱਕ ਬੜਾ ਸਵੀਟ ਜਿਹਾ ਅੱਤਵਾਦੀ ਹੋਵਾਂਗਾ ਦੁਨੀਆ ਦਾ। ਮੈਂ ਤੇ ਸ਼ਹੀਦ ਭਗਤ ਸਿੰਘ ਹੋਰਾਂ ਨੂੰ ਮੰਨਦਾ, ਉਹਨਾਂ ਦਾ ਚੇਲਾ ਆ। ਜਿਹੜੇ ਅੰਗਰੇਜ਼ ਸੀ ਉਹ ਵੀ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿੰਦੇ ਹੁੰਦੇ ਸੀ। ਬਾਅਦ ਚ ਲੋਕਾਂ ਨੂੰ ਪਤਾ ਲੱਗਿਆ ਕਿ ਇਮਾਨਦਾਰ ਤੇ ਸੱਚਾ ਦੇਸ਼ ਭਗਤ ਕੌਣ ਹੈ। ਮਤਲਬ ਕਿ ਜਦੋਂ ਇਹ ਸਾਰਾ ਕੁਝ ਸਾਡੇ ਆਲੇ ਦੁਆਲੇ ਵਾਪਰਦਾ ਆ ਤਾਂ ਲੋਕ ਫਿਰ ਕੀ, ਲੋਕਾਂ ਨੂੰ ਇਹ ਸਾਰਾ ਕੁਝ ਆਪਣੇ ਮਨ ਮਸਤਕ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਕਿ ਸਾਨੂੰ ਕਿਸਾਨੀ ਅੰਦੋਲਨ 'ਚ ਕੀ ਝੱਲਣਾ ਪਿਆ, ਜਾਂ ਫਿਰ ਸਾਨੂੰ ਕਾਰਪੋਰੇਟ ਨੇ ਕਿੱਦਾਂ ਢਾਹ ਮਾਰੀ, ਜਾਂ ਸਾਨੂੰ ਇਹ ਸਿਆਸਤਦਾਨਾਂ ਨੇ ਕਿੱਦਾਂ ਖੱਜਲ ਖੁਆਰ ਕੀਤਾ, ਕਿੱਦਾਂ ਡਾਂਗਾ ਫੇਰੀਆਂ, ਉਹੀ ਬੇਭਰੋਸਗੀ ਦਾ ਮਾਹੌਲ ਪੈਦਾ ਕੀਤਾ ਪੰਜਾਬ ਦੇ ਅੰਦਰ। ਇਹ ਬਹੁਤ ਤੁਹਾਡਾ ਅਹਿਮ ਸਵਾਲ ਹੈਗਾ, ਔਰ ਮੈਂ ਤੁਹਾਡੇ ਹੀ ਸ਼ਬਦਾਂ 'ਚ ਇਸ ਗੱਲ ਦੀ ਪ੍ਰੋੜਤਾ ਕਰਦਾ ਹੋਇਆ ਇਹ ਗੱਲ ਕਹੂੰਗਾ ਕਿ ਸੰਘਰਸ਼ੀਲ ਲੋਕਾਂ ਨੂੰ ਘੱਟੋ ਘੱਟ, ਬਾਕੀ ਦਿਆਂ ਨੂੰ ਛੱਡ ਲਓ, ਇਹ ਕਿੱਡਾ ਵੱਡਾ ਜਨ ਅੰਦੋਲਨ ਸੀ। ਹੁਣ ਲੀਡਰਾਂ ਦੇ ਅਲੱਗ-ਅਲੱਗ ਹਿੱਤ ਹੋ ਸਕਦੇ ਆ, ਕਿਸੇ ਦੇ ਕੁਝ ਰਾਜਨੀਤਿਕ ਮਜਬੂਰੀਆਂ ਵੀ ਹੋ ਸਕਦੀਆਂ ਕਿ ਉਹਨਾਂ ਨੂੰ ਅਲਾਓ ਨਹੀਂ ਕੀਤਾ ਜਾਂਦਾ ਕਿ ਤੁਸੀਂ ਚੋਣਾਂ 'ਚ ਹਿੱਸਾ ਲਓ ਜਾਂ ਕੁਝ ਕਰੋ ਜਾਂ ਗੰਢ ਧੁੱਪ ਕਰੋ, ਜੋ ਵੀ ਠੀਕ ਹੈ। ਅਸੀਂ ਉਹ ਵਖਰੇਵਿਆਂ ਦੀ ਇੱਜ਼ਤ ਕਰਦੇ ਹਾਂ, ਉਹਨਾਂ ਦਾ ਸਤਿਕਾਰ ਕਰਦੇ ਹਾਂ, ਪਰ ਵੋਟਾਂ ਤੇ ਪਾਉਣੀਆਂ, ਵੋਟਾਂ ਪਾਉਣ ਵਾਲੇ ਤੇ ਨਾ ਕਤਾਈ ਕਰੋ। ਤੇ ਜੇ ਅਸੀਂ ਕਤਾਈ ਕਰਦੇ ਹਾਂ, ਵੋਟਾਂ ਕਿਤੇ ਹੋਰ ਪਾ ਦਿੰਦੇ ਆ, ਜਿਨ੍ਹਾਂ ਨੂੰ ਤੁਸੀਂ 1.25 ਸਾਲ ਲਾਗੇ ਨਹੀਂ ਫਟਕਣ ਦਿੱਤਾ, ਜਾਂ ਜਿਨ੍ਹਾਂ ਤੇ ਕਿੰਤੂ ਪ੍ਰੰਤੂ ਕੀਤਾ, ਉਹਨਾਂ ਤੇ ਤਵੇ ਰੱਖੇ, ਉਹਨਾਂ ਦੀ ਭਰਸਣਾ ਕੀਤੀ, ਤਾਂ ਫਿਰ ਇਹਦਾ ਮਤਲਬ ਇਹ ਹੈ ਕਿ ਸਾਡੇ ਕਹਿਣੀ ਤੇ ਕਥਨੀ ਦੇ ਵਿੱਚ ਬਹੁਤ ਫਰਕ ਹੈ। ਕਥਨੀ ਤੇ ਕਰਨੀ ਦੇ ਵਿੱਚ ਸਾਡਾ ਬਹੁਤ ਫਰਕ ਹੈ। ਵੀ ਜੋ ਅਸੀਂ ਲੋਕਾਂ ਨੂੰ ਸਿੱਖਿਆ ਦਿੰਦੇ ਹਾਂ ਤੇ ਜੋ ਸਾਡੇ ਕਰਮ ਆ ਜਾਂ ਅਸਲੀਅਤ ਵਿੱਚ ਜੋ ਕਰਦੇ ਹਾਂ, ਉਹਦਾ ਜ਼ਮੀਨ ਸਮਾਨ ਦਾ ਫਰਕ ਹੈ। ਮੇਰਾ ਖਿਆਲ ਹੈ ਕਿ ਜੋ ਰਾਜੇਵਾਲ ਜੀ ਨੇ ਬੇਨਤੀ ਕੀਤੀ ਸਾਰਿਆਂ ਨੂੰ, ਉਹਨਾਂ ਨੇ ਕਿਹਾ ਕਿ ਸਾਡੀਆਂ ਕਮੀਆਂ ਵੀ ਹੋਣਗੀਆਂ, ਸਾਡੀਆਂ ਗਲਤੀਆਂ ਵੀ ਹੋਣਗੀਆਂ, ਬਹੁਤ ਸਾਰੀਆਂ ਅਸੀਂ ਤੁਹਾਡੀਆਂ ਉਮੀਦਾਂ ਤੇ ਨਹੀਂ ਉਤਰੇ ਹੋਵਾਂਗੇ, ਸਾਡੇ ਵਖਰੇਵੇਂ ਵੀ ਹੈ ਜਿਨ੍ਹਾਂ ਦੀ ਮੈਂ ਰਿਸਪੈਕਟ ਕਰਦਾ, ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਰੇ ਉਹ ਸੰਘਰਸ਼ੀ ਲੋਕ, ਭਾਵੇਂ ਉਹ ਮਜ਼ਦੂਰ ਆ, ਕਿਸਾਨ ਆ, ਔਰਤਾਂ ਆ, ਕਰਮਚਾਰੀ ਆ, ਉਹਨਾਂ ਨੂੰ ਸੰਯੁਕਤ ਸਮਾਜ ਮੋਰਚੇ ਦੇ ਨਾਲ ਖੜੇ ਹੋਣਾ ਚਾਹੀਦਾ, ਕਿਉਂਕਿ ਵਾਹਦ ਇੱਕੋ ਇੱਕ ਇਹ ਪਾਰਟੀ ਕਹਿ ਲਓ ਜਾਂ ਪਲੇਟਫਾਰਮ ਕਹਿ ਲਓ, ਇੱਕ ਮੋਰਚਾ ਕਹਿ ਲਓ, ਜਿਹੜਾ ਇੱਕ ਸੰਘਰਸ਼ ਚੋਂ ਨਿਕਲਿਆ ਹੋਇਆ ਮੋਰਚਾ ਹੈਗਾ। ਇਸ ਲਈ ਅਸੀਂ ਕੋਈ ਐਉਂ ਤੁਹਾਨੂੰ ਇਹ ਨਹੀਂ ਕਹਿੰਦੇ ਕਿ ਸਾਡੀ ਆਊਟ ਆਫ ਦਾ ਵੇ ਜਾ ਕੇ ਫੇਵਰ ਕਰੋ,
ਪਰ ਆਪਾਂ ਇਕੱਠੇ ਸੀ ਔਰ ਇਕੱਠੇ ਰਹਾਂਗੇ। ਔਰ ਬਿਲਕੁਲ ਨਾਲ ਸਭ ਤੋਂ ਵੱਡੀ ਉਹਨਾਂ ਨੇ ਜਿਹੜੀ ਗੱਲ ਕਹੀ ਕਿ ਜੇ ਕੋਈ ਮੇਰੇ ਕੋਲ ਗਲਤੀ ਹੋ ਗਈ ਆ, ਮੈਂ ਉਹਦੀ ਮਾਫੀ ਚਾਹੁੰਦਾ। ਇਹ ਕੋਈ ਲੀਡਰ ਉਸ ਕੱਦ ਦਾ ਨਹੀਂ ਕਹਿੰਦਾ ਹੁੰਦਾ। ਅਜੇ ਤੱਕ ਵੀ 84 ਵਾਲੇ ਦਰਬਾਰ ਸਾਹਿਬ ਬਾਰੇ ਜਾਂ ਹੋਰਨਾਂ ਬਾਰੇ ਉਹਨਾਂ ਲੀਡਰਾਂ ਨੇ ਉਸ ਪੱਧਰ ਤੇ ਕਦੀ ਮਾਫੀ ਨਹੀਂ ਮੰਗੀ। ਸਾਨੂੰ ਪਤਾ ਇਹ ਬਹੁਤ ਵੱਡੀਆਂ ਇਹ ਹੁੰਦੀ ਗੱਲ ਹੈ। ਇਹਦੇ ਨਾਲ ਰਾਜੇਵਾਲ ਦਾ ਤੇ ਕੱਦ ਉੱਚਾ ਹੋਇਆ ਹੀ, ਪਰ ਇਹਦਾ ਅਸਰ ਥੱਲੇ ਬਹੁਤ ਹੋਇਆ ਇਸ ਗੱਲ ਦਾ ਕਿ ਕੁਝ ਡੱਲੇਵਾਲ ਦੇ ਪੈਰੋਕਾਰ, ਡੱਲੇਵਾਲ ਦੀ ਯੂਨੀਅਨ ਦੇ ਲੀਡਰ, ਹੋਰਨਾਂ ਯੂਨੀਅਨ ਦੇ ਵੀ ਲੀਡਰ ਜਿਹੜੇ ਆ, ਉਹ ਪਹਿਲਾਂ ਨਾਲੋਂ ਥੋੜੇ ਮਾਈਲਡ ਹੋਏ ਆ। ਥੋੜੇ ਉਹਨਾਂ ਦੇ ਵਿੱਚ ਜਿਹੜੀ ਤੰਤ ਨਹੀਂ ਸੀਗੀ ਉਹ ਥੋੜੀ ਘਟੀ ਹੈ। ਮੇਰਾ ਖਿਆਲ ਹੈ ਕਿ ਇਹ ਨਹੀਂ ਵੀ ਕਹਿੰਦੇ, ਜੇ ਇੱਕ ਧਿਰ ਥੋੜੀ ਜੀ ਸਖਤ ਹੈਗੀ ਆ, ਦੂਜਾ ਨਰਮ ਹੋ ਜੇ, ਕੰਮ ਚੱਲ ਜਾਂਦਾ ਹੈ। ਤੇ ਇਹ ਸਾਰਿਆਂ ਦਾ, ਸਮੁੱਚੇ ਪੰਜਾਬੀਆਂ ਦਾ, ਖਾਸ ਕਰਕੇ ਸੰਘਰਸ਼ੀ ਲੋਕਾਂ ਦਾ ਤੇ ਲੀਡਰਾਂ ਦਾ ਫਰਜ਼ ਬਣਦਾ ਕਿ ਉਹ ਆਪਣੀਆਂ ਵੋਟਾਂ ਅਲੱਗ-ਅਲੱਗ ਜਗ੍ਹਾ ਖਿੰਡਰਨ ਨਾ ਦੇਣ। ਰਿਜ਼ਲਟ ਕੋਈ ਵੀ ਹੋਵੇ ਉਹਦੀ ਕੋਈ ਗੱਲ ਨਹੀਂ ਹੈ, ਰਿਜ਼ਲਟ ਕੋਈ ਵੀ ਹੋਵੇ, ਸਾਨੂੰ ਕੋਈ ਦਿੱਕਤ ਨਹੀਂ ਹੈਗੀ, ਪਰ ਤੁਸੀਂ ਆਪਸ ਵਿੱਚ ਇਕਮੁੱਠ ਰਹੋ। ਉਹਦਾ ਕਾਰਨ ਇਸ ਕਰਕੇ ਨਹੀਂ ਇਕਮੁੱਠ ਰਹਿਣਾ ਕਿ ਆਪਾਂ ਜਿੱਤ ਕੇ ਸਰਕਾਰ ਤੇ ਕਬਜ਼ਾ ਕਰਨਾ ਤੇ ਕਰ ਲਿਆ। ਮੈਂ ਇਹੋ ਜਿਹੇ ਦਮਗਜੇ ਨਹੀਂ ਮਾਰਦਾ। ਇਸ ਕਰਕੇ ਵੀ ਕਿ ਕੱਲ ਨੂੰ ਜਦੋਂ ਦੁਬਾਰਾ ਸੰਘਰਸ਼ ਚ ਅਸੀਂ, ਸੰਘਰਸ਼ ਤੇ ਆਨਗੋਇੰਗ ਆ, ਕੱਲ ਨੂੰ ਕੀ ਚੱਲ ਹੀ ਰਿਹਾ, ਨਾਲੋਂ ਨਾਲ ਸੰਘਰਸ਼ ਚੱਲ ਰਿਹਾ, ਤੇ ਉਸ ਸੰਘਰਸ਼ ਦੇ ਵਿੱਚ ਜਦੋਂ ਅਸੀਂ ਦੁਬਾਰਾ ਆਪਣੇ ਇਕੱਠੇ ਹੋਵਾਂਗੇ ਆ ਮਾਰਚ ਤੋਂ ਬਾਅਦ ਜਾਂ 20 ਫਰਵਰੀ ਤੋਂ ਬਾਅਦ, 10 ਮਾਰਚ ਤੋਂ ਬਾਅਦ ਜਾਂ 20 ਫਰਵਰੀ ਤੋਂ ਬਾਅਦ, ਉਦੋਂ ਕਿਸੇ ਨੂੰ ਨਾ ਤੇ ਉਹਨਾਂ ਦੀ ਆਤਮਾ ਫਟਕਾਰਾਂ ਪਾਉਂਦੀ ਹੋਊਗੀ, ਨਾ ਕੋਈ ਕਿਸੇ ਤੋਂ ਸ਼ਰਮਿੰਦਾ ਹੋਊਗਾ ਕਿ ਯਾਰ ਉਦੋਂ ਵੋਟ ਤੇ ਪਾਈ ਨਹੀਂ, ਹੁਣ ਅਸੀਂ ਫਿਰ ਇਕੱਠੇ ਇੱਕ ਦੂਜੇ ਨੂੰ ਜੱਫੀਆਂ ਪਾਉਂਦੇ ਆ, ਸਟੇਜਾਂ ਸਾਂਝੀਆਂ ਕਰਦੇ ਆ। ਇਹ ਗੱਲ ਸਾਨੂੰ ਉਦੋਂ ਸ਼ਰਮਿੰਦਗੀ ਆਪਣੀ ਆਤਮਾ ਦੇ ਸਾਹਮਣੇ ਤੇ ਆਪਣੇ ਲੋਕਾਂ ਦੇ ਸਾਹਮਣੇ ਨਹੀਂ ਚੱਲਣੀ ਪਊਗੀ। ਮੇਰਾ ਖਿਆਲ ਹੈ ਕਿ ਇਹ ਬਹੁਤ ਵੱਡਾ ਮੌਕਾ ਦੂਜੀਆਂ ਪਾਰਟੀਆਂ ਦਾ ਜੋ ਜਿਸ ਤਰ੍ਹਾਂ ਕਰਦੀਆਂ ਆ, ਮੇਰੇ ਨਾਲੋਂ ਮੈਂ ਸਮਝਦਾ ਕਿ ਲੋਕ ਇੰਨਾ ਰੋਜ਼ ਜਾ ਕੇ ਆਪਸੀ ਡਿਸਕਸ਼ਨਾਂ ਤੋਂ ਮੈਂ ਉਹਨਾਂ ਬਾਰੇ ਕਹਾਂ ਤੇ ਉਹ ਘੱਟ ਹੀ ਹੋਊਗਾ ਜਿੰਨਾ ਲੋਕ ਅਸਲ ਵਿੱਚ ਧਰਾਤਲ ਤੇ ਸਮਝਦੇ ਹਨ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਇੱਕ ਪ੍ਰੋਫੈਸਰ ਸਾਹਿਬ ਹੋਰ ਗੱਲ ਹੈ ਕਿ ਜਦੋਂ ਅਸੀਂ ਗੱਲ ਕਹਿੰਦੇ ਆ ਕਿ ਤਬਦੀਲੀ ਆਉਣੀ ਚਾਹੀਦੀ ਹੈ ਜੀ, ਬਦਲਾਅ ਚਾਹੀਦਾ, NRI ਪੰਜਾਬੀ ਤੁਹਾਨੂੰ, ਸਾਨੂੰ ਸਭ ਨੂੰ ਫੋਨ ਕਰਕੇ ਕਹਿੰਦੇ ਰਹਿੰਦੇ ਨੇ ਕਿ ਅਸੀਂ ਪੰਜਾਬ ਵਿੱਚ ਬਹੁਤ ਕੁਝ ਕਰਨਾ ਚਾਹੁੰਦੇ ਹਾਂ, ਸਾਡੇ ਕੋਲੇ ਪੈਸਾ ਬਹੁਤ ਹੈ, ਪਰ ਸਾਨੂੰ ਸਿਆਸਤ ਜਿਹੜੀ ਇੱਥੋਂ ਦੀ ਹੈ ਉਹ ਪਸੰਦ ਨਹੀਂ। ਇੱਥੋਂ ਦੇ ਲੋਕਾਂ ਦਾ ਰੌਲਾ ਰੱਪਾ ਜਿਹੜਾ, ਜਿਵੇਂ ਤੁਸੀਂ ਕਿਹਾ ਕਿ ਵੱਟ ਬੰਨੇ ਦਾ ਰੌਲਾ ਪਾਈ ਰੱਖਦੇ ਨੇ ਇੱਥੇ ਪਿੰਡਾਂ ਦੇ ਵਿੱਚ, ਕਦੇ ਕਿਸੇ ਦੀ ਜ਼ਮੀਨ ਦੱਬ ਲਈ, ਭਾਈਚਾਰਕ ਜਿਹੜਾ ਸਾਂਝ ਜਿਹੜੀ ਆ ਉਹ ਕਿਤੇ ਨਜ਼ਰ ਨਹੀਂ ਆਉਂਦੀ। ਇਹ ਨਹੀਂ ਕਿ ਪਿੰਡ ਵਾਲੇ ਰਲ ਕੇ ਆਪਾਂ ਕਿ ਜੇ ਕਿਸੇ ਨੇ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ ਤੇ ਉਹਨੂੰ ਬਹਿ ਕੇ ਪੰਚਾਇਤ ਦੇ ਵਿੱਚ ਨਿਬੇੜ ਲਈ, ਇਹੋ ਜਿਹਾ ਕੁਝ ਨਹੀਂ। ਹਾਲਾਂਕਿ ਆਉਣਾ ਲੰਮੇ ਟਾਈਮ 'ਚ ਹੈ, ਪਰ ਮੈਂ ਗੱਲ ਫਿਰ NRI ਪੰਜਾਬੀਆਂ ਤੇ ਕਰਦਾ ਕਿਉਂਕਿ ਉਹ ਚਾਹੁੰਦੇ ਨੇ ਕਿ ਅਸੀਂ ਜਿਹੜੇ ਮੁਲਕਾਂ ਦੇ ਵਿੱਚ ਆਨੰਦ ਮਾਣਿਆ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵਰਗਿਆਂ ਦੇ ਵਿੱਚ, ਉਹੋ ਜਿਹਾ ਅਸੀਂ ਪੰਜਾਬ ਨੂੰ ਬਣਾ ਲਈਏ ਤਾਂ ਕਿ ਸਾਡੀਆਂ ਅਗਲੀਆਂ ਪੀੜ੍ਹੀਆਂ ਜਿਹੜੀ ਸਾਡੀ ਨਸਲਕੁਸ਼ੀ ਹੁੰਦੀ ਹੈ ਕਿ ਬਾਹਰ ਜਿਹੜੇ ਚਲੇ ਗਏ ਉਹ ਮੁੜ ਕੇ ਵਾਪਸ ਹੀ ਨਹੀਂ ਆਉਂਦੇ ਜਾਂ ਉਹਨਾਂ ਨੂੰ ਆਉਣ ਜੋਗਾ ਨਹੀਂ ਰਹਿਣ ਦਿੱਤਾ ਜਾਂਦਾ, ਆਉਂਦੇ ਨੇ ਕਦੇ ਕਿਤੇ ਗੇੜਾ ਲਾ ਜਾਂਦੇ ਨੇ। ਉਹ ਚਾਹੁੰਦੇ ਨੇ ਕਿ ਅਸੀਂ ਪੰਜਾਬ ਨੂੰ ਉਹੋ ਜਿਹਾ ਬਣਾ ਲਈਏ ਕਿ ਸਾਨੂੰ ਮੁੜ ਕੇ ਜਾਣਾ ਹੀ ਨਾ ਪਏ ਕਿਸੇ ਪਾਸੇ, ਇੱਥੇ ਹੀ ਖੜਾ ਕਰ ਲਈਏ ਇੱਕ ਢਾਂਚਾ। ਸੁਖਵਿੰਦਰ, ਇਹ ਨਾ ਬੜਾ ਜਿੰਨਾ ਸੌਖਾ ਇਸ ਨੂੰ ਕਹਿਣਾ ਜਾਂ ਇਹਦੇ ਬਾਰੇ ਸੁਪਨਾ ਲੈਣਾ, ਓਨਾ ਹੀ ਇਹ ਔਖਾ ਆ। ਪਹਿਲੀ ਗੱਲ ਮੈਂ NRI ਵੀਰਾਂ ਬਾਰੇ ਕਿਹਾ, ਮੈਂ ਇੱਕ ਆਪਣੇ ਦੋਸਤ ਬ੍ਰਿਟਿਸ਼ ਹੈਗਾ ਸਟੀਵ ਟੇਲਰ, ਉਹਦੇ ਨਾਲ ਮਿਲ ਕੇ ਇੱਕ ਆਰਟੀਕਲ ਲਿਖਿਆ ਸੀ। ਉਹਦਾ ਟਾਈਟਲ ਸੀਗਾ ਪੰਜਾਬੀਜ਼ ਇਨ ਇੰਗਲੈਂਡ ਨੀਦਰ ਹੇਅਰ ਨੋਰ ਦੇਅਰ। ਵੀ ਨਾ ਤੇ ਉਹ ਉੱਥੇ ਦੇ ਹੈਗੇ ਆ, ਕਿਉਂਕਿ ਉਹ ਜਿਹੜੇ ਉੱਥੇ ਦੇ ਲੋਕ ਆ ਉਹਨਾਂ ਨੂੰ ਆਪਣਾ ਨਹੀਂ ਮੰਨਦੇ। ਇੱਥੇ ਜਦੋਂ ਉਹ 50 ਸਾਲ ਪਹਿਲਾਂ ਗਏ ਸੀ, ਉਹ ਲੋਕ ਹੀ ਖਤਮ ਹੋ ਗਏ ਤੇ ਸਾਰਾ ਕੁਝ ਬਦਲ ਗਿਆ। ਮੱਕੀ ਦੀ ਰੋਟੀ ਗਈ ਤੇ ਖੂਹ ਗਏ ਤੇ ਗੰਨੇ ਗਏ ਤੇ ਗੁੜ ਗਿਆ ਤੇ ਉਹ ਜਿਹੜੀਆਂ ਛੱਲੀਆਂ ਸੀ ਉਹ ਵੀ ਚਲੇ ਗਈਆਂ ਤੇ ਇੱਥੇ ਕੁਝ ਹੋਰ ਹੀ ਬਣ ਗਿਆ, ਝੋਨਾ ਲੱਗ ਗਿਆ ਜਿਹੜਾ ਕਦੀ ਉਹਨਾਂ ਵੇਲੇ ਹੁੰਦਾ ਹੀ ਨਹੀਂ ਸੀ। ਉਹ ਪੰਜਾਬ ਸੁਪਨਿਆਂ ਦਾ ਦੇਖਦੇ ਆ, ਉਹ ਹੱਥੋਂ ਖਿਸਕ ਗਿਆ। ਜਿੱਥੇ ਜਾ ਕੇ ਜੁੜਨਾ ਚਾਹੁੰਦੇ ਸੀ ਉੱਥੇ ਜੁੜੇ ਨਹੀਂ। ਉਹ ਵਿਚਾਰੇ ਬਹੁਤ ਹੀ ਇੱਕ ਆਪਣੀ ਕਿਸਮ ਦੀ ਪੇਨ 'ਚ ਰਹਿੰਦੇ। ਫਿਰ ਕੀ ਕਰਦੇ ਆ, ਉਹ ਕਹਿੰਦੇ ਯਾਰ ਹੁਣ ਕਰੀਏ, ਫਿਰ ਕੁਛ ਤੇ ਕਰੀਏ ਯਾਰ, ਉਹ ਸੁਪਨੇ ਪੂਰੇ ਕਰੀਏ। ਵੀ ਉਹ ਤਕਲੀਫਾਂ ਤੇ ਦੂਰ ਹੋ ਗਈਆਂ ਜਿਸ ਕਰਕੇ ਉਹ ਇੱਥੋਂ ਭੱਜੇ ਸੀ, ਪਰ ਜਿਹੜੀ ਆਤਮਿਕ ਸ਼ਾਂਤੀ ਦੀ ਕੀਮਤ, ਲੋਕਾਂ ਦੇ ਨਾਲ ਰਿਸ਼ਤਿਆਂ ਦੀ ਕੀਮਤ,
ਮਿੱਟੀ ਦੀ ਸੁਗੰਧ ਦੀ ਕੀਮਤ, ਜਿਹੜੇ ਇੱਥੇ ਰਲ ਮਿਲ ਕੇ ਲੜਾਈ ਕਰਨੀ ਤੇ ਪਿਆਰ ਕਰਨਾ ਤੇ ਲੋਕਾਂ ਦੇ ਵਾਂਢੇ ਜਾਣਾ ਤੇ ਇੱਧਰ ਜਾਣਾ ਤੇ ਭੋਗਾਂ ਤੇ ਹੋਰਨਾਂ ਤੇ ਜਾਣਾ, ਵਿਆਹਾਂ ਤੇ ਜਾਣਾ, ਉਹਦੀ ਸਾਰੀ ਕੀਮਤ ਉਹ ਗਈ, ਉਹ ਉਤਾਰਨੀ ਪਈ। ਜਦੋਂ ਉਹ ਨੈਟ ਕੱਢਦੇ ਆ ਤੇ ਉਹਨਾਂ ਨੂੰ ਲੱਗਦਾ ਯਾਰ ਪੈਸਾ ਤੇ ਆ ਗਿਆ, ਪਰ ਬਾਕੀ ਤੇ ਸਾਰਾ ਲੁੱਟ ਗਿਆ, ਉਹ ਤੇ ਉੱਥੇ ਰਹਿ ਗਿਆ। ਹੁਣ ਉਹ ਪਿੱਛੇ ਨੂੰ ਮੇਰੇ ਵੀਰ ਤੇ ਭੈਣਾਂ ਸਾਰੇ ਝਾਤੀ ਮਾਰਦੇ ਕਿ ਯਾਰ ਕੁਛ ਕਰੀਏ, ਸਾਡਾ ਦਿਲ ਰੋਂਦਾ। ਜੋ ਕਰਨਾ ਉਹ ਤੇ ਇੱਥੇ ਦੇ ਲੋਕਾਂ ਦੇ ਰਾਹੀਂ, ਇੱਥੇ ਦੀ ਧਰਤੀ, ਇੱਥੇ ਦੇ ਵਾਤਾਵਰਨ, ਇੱਥੇ ਦੇ ਕਾਨੂੰਨ, ਇੱਥੇ ਦੇ ਸੰਵਿਧਾਨ, ਇੱਥੇ ਦੀਆਂ ਪਾਰਟੀਆਂ ਨੂੰ ਕਨਫਰੰਟ ਕਰਕੇ ਕਰਨਾ ਪਊ। ਜਦੋਂ ਇੱਥੇ ਦੀ ਪੁਲਿਸ ਸਾਰੀ ਕਰਪਟ ਕਰਤੀ ਜਾਏ, ਜਦੋਂ ਇੱਥੋਂ ਦੀ ਬਿਊਰੋਕ੍ਰੇਸੀ ਵੱਡੇ ਪੱਧਰ ਤੇ ਕਰਪਟ ਕਰਤੀ ਜਾਏ, ਜਦੋਂ ਇੱਥੇ ਪੋਲੀਟੀਸ਼ੀਅਨ ਬਿਨਾਂ ਸਵੇਰੇ ਬ੍ਰੇਕਫਾਸਟ ਤੋਂ ਪਹਿਲਾਂ 10 ਝੂਠ ਬੋਲਿਆ ਵੱਡੇ ਵੱਡੇ, ਉਹਨਾਂ ਨੂੰ ਬ੍ਰੇਕਫਾਸਟ ਚੰਗਾ ਨਾ ਲੱਗਦਾ ਹੋਏ, ਇਹ ਤੁਸੀਂ ਉੱਥੇ ਕਿਹਦੇ ਰਾਹੀਂ ਇਹ ਤਬਦੀਲੀਆਂ ਆਪਣੇ ਸੁਪਨੇ ਪੂਰੇ ਕਰੋਗੇ? ਇੱਕ ਪਿੰਡ ਨੂੰ ਠੀਕ ਕਰ ਲੋਗੇ, ਮਾਡਲ ਪਿੰਡ ਬਣਾ ਲੋਗੇ, ਕੋਈ ਸਕੂਲਾਂ ਦਾ ਸੁਧਾਰ ਕਰ ਦੋਗੇ, ਫਰਨੀਚਰ ਦੇ ਦੋਗੇ, ਟੀਚਰ ਕਿੱਥੋਂ ਦੋਗੇ? ਟੀਚਰ ਦੇ ਦੋਗੇ ਪੈਸੇ ਦੇ ਕੇ, ਫਿਰ ਉਹਨਾਂ ਨੂੰ ਇਹ ਕਿਵੇਂ ਸੱਭਿਆਚਾਰ ਪੈਦਾ ਕਰੋਗੇ ਕਿ ਤੁਹਾਨੂੰ ਪੜਾਉਣਾ ਵੀ ਪੈਣਾ ਭਾਈ, ਤੁਸੀਂ ਪੜਾਓ ਵੀ, ਹੁਣ ਤੁਹਾਨੂੰ ਨੌਕਰੀ ਦੇ ਦਿੱਤੀ ਹੈ, ਉਹ ਕਿੱਥੋਂ ਕਰੋਗੇ? ਮੇਰਾ ਕਹਿਣ ਦਾ ਮਤਲਬ ਕਿ ਜਦੋਂ ਕੁਝ ਵੀ ਤਬਦੀਲੀ ਆਉਣੀ ਹੈ, ਉਹ ਇੱਥੇ ਦੀ ਧਰਤੀ ਦੇ ਵਿੱਚ ਰਹਿ ਕੇ, ਇੱਥੇ ਦੀਆਂ ਮੁਸੀਬਤਾਂ ਦੇ ਅੰਦਰ ਝੱਲ ਕੇ, ਉਹਨਾਂ ਮੁਸੀਬਤਾਂ ਨੂੰ ਕਨਫਰੰਟ ਕਰਦੇ ਹੋਏ ਤੁਸੀਂ ਇਹਨਾਂ ਲੋਕਾਂ ਦਾ ਸਾਥ ਲੈ ਕੇ ਫਿਰ ਹੀ ਤਬਦੀਲੀ ਆ ਸਕਦੀ ਹੈ। ਉਹ ਇੱਕ ਬਹੁਤ ਜੋਖਮ ਭਰਿਆ ਕੰਮ ਹੁੰਦਾ। ਸੁਪਨਾ ਠੀਕ ਹੈ, ਪੈਸਾ ਵੀ ਹੈਗਾ, ਉਹਨਾਂ 'ਚ ਆਈਡੀਆਜ਼ ਵੀ ਹੈ, ਮੈਨੂੰ ਵੀ ਬਹੁਤ ਫੋਨ ਆਉਂਦੇ ਆ, ਆਈਡੀਆਜ਼ ਵੀ ਬਹੁਤ ਹੈ, ਪਰ ਜਦੋਂ ਸਿਸਟਮ ਏਡਾ ਗਲ ਜਾਏ, ਜਿੱਥੇ ਤੁਸੀਂ ਇਹ ਬੂਟਾ ਆਪਣੀ ਸੋਚ ਦਾ ਲਾ ਕੇ ਇੱਕ ਵੱਡਾ ਨਵਾਂ ਬਾਗ ਬਗੀਚਾ ਸੁਗੰਧਦਾਰ ਖੜਾ ਕਰਨਾ ਚਾਹੁੰਦੇ ਆ, ਨਵਾਂ ਸਮਾਜ ਸਿਰਜਣਾ ਚਾਹੁੰਦੇ ਆ, ਨਵਾਂ ਪੰਜਾਬ ਸਿਰਜਣਾ ਚਾਹੁੰਦੇ ਆ, ਸੁਖਵਿੰਦਰ ਉੱਥੇ ਅਤੀ ਜ਼ਰੂਰੀ ਹੈ ਕਿ ਪਹਿਲਾਂ ਆਪਾਂ ਇਹ ਚੀਜ਼ਾਂ ਦਾ ਹੱਲ ਕਰੀਏ ਜਿਹੜੀਆਂ ਮੈਂ ਮੁਸੀਬਤਾਂ ਗਿਣਾਈਆਂ। ਫਿਰ ਉਹ ਕੀ ਸੋਚਦੇ ਆ ਵੀ ਇੱਕ ਗਵਰਨਮੈਂਟ ਆ ਜੇ। ਆ ਕੇਜਰੀਵਾਲ ਬਾਰੇ ਬਹੁਤ ਸੋਚਦੇ ਆ, ਇੱਕ ਮੌਕਾ ਕੇਜਰੀਵਾਲ, ਇੱਕ ਮੌਕਾ ਕੇਜਰੀਵਾਲ। ਮੈਂ ਸੱਚੀ ਗੱਲ ਕਹਿਣਾ, ਉਹ ਕਹਿੰਦੇ ਦੋਵਾਂ ਦਾ ਤੇ ਅਸੀਂ ਟੈਸਟ ਕਰ ਲਿਆ, ਠੀਕ ਵੀ ਆ ਗੱਲ ਉਹਨਾਂ ਦੀ, ਅਸੀਂ ਵੀ ਇਹੋ ਕਹਿੰਦੇ ਆ ਤੇ ਅਕਾਲੀ ਕਾਂਗਰਸ ਨੇ ਤੇ ਬਥੇਰਾ ਇੱਥੋਂ ਲੁੱਟ ਖਾ ਲਿਆ ਵੀ ਇਹ ਕੇਜਰੀਵਾਲ ਦਾ। ਉਹਨਾਂ ਨੂੰ ਇਹ ਸਮਝ ਨਹੀਂ ਪੈਂਦੀ ਵੀ ਇਹ ਉਹਨਾਂ ਦਾ ਵੀ ਪਿਓ ਵਾ। ਮੈਂ ਨਹੀਂ ਕਹਿ ਰਿਹਾ ਤੁਹਾਨੂੰ, ਮੈਂ ਲੰਬੀ ਕੁਮਾਰ ਵਿਸ਼ਵਾਸ ਦੀ ਵੀਡੀਓ ਦੇਖ ਲਈ ਜਿਹੜੀ ਸਰਕੂਲੇਟ ਹੋ ਰਹੀ ਆ। ਇਲੈਕਸ਼ਨ ਕਮਿਸ਼ਨ ਨੇ ਅਚਾਨਕ ਕੱਲ ਬੰਦ ਕੀਤੀ, ਉਹ ਫਿਰ ਲੋਕ ਉਹਨੂੰ ਮਿਲੇ ਕਿ ਤੂੰ ਕਿਉਂ ਬੰਦ ਕੀਤੀ ਹੈ, ਇਹਦੇ 'ਚ ਕਿਹੜੀ ਗਲਤ ਗੱਲ ਗਈ ਹੈ, ਫਿਰ ਉਹਨੂੰ ਰਿਲੀਜ਼ ਕੀਤਾ ਗਿਆ। ਉਹ ਮੇਰੇ ਕੋਲ 3 ਪੀਸਿਸ ਵਿੱਚ ਆਈ ਆ ਵੀ ਬਸ ਇੱਕੋ ਹੀ ਸੁਣ ਲੈਣ। ਉਹ ਬੜਾ ਪਪੂਲਰ ਪੋਇਟ ਆ, ਬੜੇ ਹੋਰ ਵੀ ਜਿਹੜਾ ਸਟੇਜ ਮੈਨੇਜਰ ਹੈਗਾ, ਸਾਰਾ ਕੁਝ ਕਰਦਾ ਹੈਗਾ, ਵੱਡੇ ਸ਼ੋਅ ਮੈਨੇਜ ਕਰਦਾ, ਕੋਈ ਇਹੋ ਜਿਹਾ ਅੱਲੀ ਛੱਲੀ ਲੱਲੀ ਤੇ ਹੈ ਨਹੀਂ ਗਾ ਕੁਮਾਰ। ਇਹਨਾਂ ਦਾ ਫਾਊਂਡਰ ਉਹਦੇ ਘਰ ਬੈਠ ਕੇ ਕੇਜਰੀਵਾਲ ਮੀਟਿੰਗਾਂ ਕਰਦਾ ਸੀ। ਬਸ ਉਹ ਵੀਡੀਓ ਜੇ ਤੁਹਾਡੇ ਕੋਲ ਹੈਗੀਆਂ ਉਹਨਾਂ ਵੀਰਾਂ ਨੂੰ ਭੇਜ ਦਿਓ, ਮੈਂ ਵੀ ਥੋੜੀ ਜਿਹਾ ਫਾਰਵਰਡ ਕਰ ਦਿੰਦਾ। ਉਹਨਾਂ ਨੂੰ ਕਾਫੀ ਕੁਛ 4 ਮਿੰਟ ਦੇ ਅੰਦਰ ਹੀ ਇਲਹਾਮ ਹੋ ਜੂ ਜਿਹੜਾ 4 ਸਾਲਾਂ 'ਚ ਨਹੀਂ ਹੋਇਆ। ਮੈਂ ਪ੍ਰੋਫੈਸਰ ਸਾਹਿਬ ਇੱਥੇ ਗੱਲ ਜੋੜਦੇ ਆ ਕਿ ਕੁਮਾਰ ਵਿਸ਼ਵਾਸ ਦੀ ਵੀਡੀਓ ਮੈਂ ਵੀ ਸੁਣੀ, ਅਰਵਿੰਦ ਕੇਜਰੀਵਾਲ ਹੋਣਾ ਦੀ ਇੱਕ ਵੀਡੀਓ ਉਸ ਤੋਂ ਬਾਅਦ ਚੱਲ ਰਹੀ ਆ, ਉਹਦੇ ਵਿੱਚ ਕਹਿ ਰਹੇ ਨੇ ਕਿ ਕਿਸੇ ਕਵੀ ਨੇ ਕਵਿਤਾ ਲਿਖ ਦਿੱਤੀ, ਕੁਮਾਰ ਵਿਸ਼ਵਾਸ ਹੈ, ਠੀਕ ਹੈ, ਉਹਦੇ ਉੱਤੇ ਲੋਕਾਂ ਨੂੰ ਯਕੀਨ ਨਹੀਂ। ਇਹ ਉਸੇ ਸੰਦਰਭ 'ਚ ਉਹਨਾਂ ਨੇ ਕਿਹਾ ਕਿ ਜਿਹੜੇ ਮੈਨੂੰ ਅੱਤਵਾਦੀ ਦੱਸਦੇ ਨੇ, ਮੈਨੂੰ ਕਹਿੰਦੇ ਨੇ ਕਿ ਵੱਖਵਾਦੀ ਹੈ, ਇਹ ਉਹਨਾਂ ਦੇ ਨਾਲ ਰਲਿਆ ਜਾਂ ਖਾਲਿਸਤਾਨੀਆਂ ਦੇ ਨਾਲ ਰਲਿਆ। ਉਧਰਲੇ ਪਾਸੇ ਰਾਘਵ ਚੱਡਾ ਦੀ ਇੱਕ ਵੀਡੀਓ ਆਉਂਦੀ ਹੈ ਜਿਹਦੇ ਵਿੱਚ ਉਹ ਕਹਿੰਦਾ ਕਿ ਜਿੰਨੇ ਵੀ ਇਲਜ਼ਾਮ ਲਾ ਰਹੇ ਨੇ ਸਾਡੇ ਉੱਤੇ, ਜਿੰਨੇ ਵੀ ਸਾਨੂੰ ਇਸ ਤਰ੍ਹਾਂ ਘੇਰ ਰਹੇ ਨੇ, ਉਹਨਾਂ ਸਾਰਿਆਂ ਨੂੰ 10 ਮਾਰਚ ਤੋਂ ਬਾਅਦ ਕਹਿੰਦੇ ਸਾਡੀ ਸਰਕਾਰ ਬਣ ਜਾਣੀ ਆ ਤੇ ਉਹਨਾਂ ਸਾਰਿਆਂ ਨੂੰ ਅਦਾਲਤੀ ਤਰੀਕੇ ਦੇ ਨਾਲ ਨਜਿੱਠਿਆ ਜਾਏਗਾ। ਉਹਨਾਂ ਨੂੰ ਉਸ ਢੰਗ ਨਾਲ ਅਸੀਂ ਜਾਂ ਕਹਿ ਲਓ ਕਿ ਉਹ ਪਰਚੇ ਕਰਾਉਣ ਦੀਆਂ ਧਮਕੀਆਂ ਟਾਈਪ ਦੇ ਰਹੇ ਨੇ। ਦੇਖ ਸੁਖਵਿੰਦਰ, 2 ਬੰਦੇ ਧਮਕੀਆਂ ਦਿੰਦੇ ਆ, ਇੱਕ ਕੇਜਰੀਵਾਲ ਦੇ ਜਿਹੜੇ ਸਤੂੰਗੜੇ ਆ, ਮੈਨੂੰ ਚੰਗਾ ਨਹੀਂ ਲੱਗਦਾ ਇਹ ਸ਼ਬਦ। ਕਿਉਂ ਬੋਲਦੇ ਇੰਜ? ਕੌਣ ਹੁੰਦੇ ਧਮਕੀਆਂ ਦੇਣ ਵਾਲੇ ਪੰਜਾਬ ਨੂੰ? ਕਿਉਂ ਇਹ ਭਾਸ਼ਾ ਵਰਤਦੇ ਕਿ ਅਸੀਂ ਇਹ ਕਰਦੇ ਹਾਂ? ਸੁਖਬੀਰ ਬਾਦਲ ਪਿਛਲੀ ਵਾਰੀ ਭਾਸ਼ਾ ਵਰਤ ਰਿਹਾ ਸੀਗਾ, ਲੋਕਾਂ ਨੇ ਵੋਟਾਂ ਪਾਈਆਂ ਤੇ ਹੁਣ ਵੀ ਕਹਿ ਦਿੰਦੇ ਕਦੀ ਕਦੀ ਉਹ ਕਿ ਤੁਸੀਂ ਹੁਣ ਸਾਨੂੰ ਤੰਗ ਕਰਦੇ ਆ, ਅਸੀਂ ਸਾਰਿਆਂ ਦੀਆਂ ਲਿਸਟਾਂ ਬਣਾਈ ਜਾਂਦੇ ਆ, ਫਿਰ ਅਗਲੀ ਵਾਰ ਦੇਖਾਂ ਕੀ ਭਈ।
ਜਦੋਂ ਤੁਸੀਂ ਰਾਜ ਕਰਦੇ ਆ ਤੁਸੀਂ ਕੀ ਕੁਝ ਕਰਦੇ ਆ। ਇੱਕ ਚੋਣਾਂ ਦੇ ਦੌਰਾਨ ਧਮਕੀ ਦੇਣੀ, ਇਲੈਕਸ਼ਨ ਕਮਿਸ਼ਨ ਅੱਖਾਂ ਮੁੰਦੀ ਬੈਠਾ, ਉਹਨਾਂ ਨੂੰ ਕਿਉਂ ਨਹੀਂ ਸੈਂਸਰ ਕਰਦਾ ਕਿ ਤੁਸੀਂ ਲੋਕਾਂ ਨੂੰ ਡਰਾ ਕੇ ਵੋਟਾਂ ਲੈਣੀਆਂ ਚਾਹੁੰਦੇ ਆ। ਜਿਹੜੀਆਂ ਫੇਅਰ ਇਲੈਕਸ਼ਨ ਕਿੱਥੇ ਹੋਈ। ਇਹੀ ਜਾ ਕੇ ਡਬਲ ਇੰਜਨ ਕਰਕੇ ਕੱਲ ਉਹ ਕਹਿ ਕੇ ਗਿਆ ਕਿ ਜੇ ਤੁਸੀਂ ਮੈਨੂੰ ਵੋਟਾਂ ਬਲੈਕਮੇਲ ਕਿ ਜੇ ਸਾਨੂੰ ਬੀਜੇਪੀ ਨੂੰ ਵੋਟਾਂ ਨਹੀਂ ਪਾਓਗੇ ਅਸੀਂ ਤੁਹਾਨੂੰ ਭੁੱਖਿਆ ਮਾਰ ਦਾਂਗੇ ਪੰਜਾਬ ਨੂੰ, ਤਾਂ ਅਸੀਂ ਕੁਝ ਨਹੀਂ ਦੇਣਾ। ਇਹਦਾ ਮਤਲਬ ਡਬਲ ਇੰਜਨ ਦਾ ਇਹ ਹੈਗਾ ਕਿ ਜਾਂ ਤੇ ਵੋਟਾਂ ਪਾਓ ਜਾਂ ਭੁੱਖੇ ਮਰੋ, ਕੇਂਦਰ 'ਚ ਸਰਕਾਰ ਸਾਡੀ ਆ ਤੇ ਸਾਡੀ ਰਹਿਣੀ ਆ। ਇਹਨਾਂ ਲੋਕਾਂ ਨੂੰ ਸੂਤਰ ਕਰਨਾ ਚਾਹੀਦਾ। ਇਹ ਰਾਘਵ ਚੱਡਾ ਪਤਾ ਨਹੀਂ ਕਿੱਥੋਂ ਫੜ ਕੇ ਲੈਂਦਾ ਹੈ, ਹਰ ਵਾਰੀ ਕੋਈ ਨਾ ਕੋਈ ਪੁੱਠੀ ਗੱਲ ਕਰਦਾ। ਸਾਡੀ ਐਸਐਸਐਮ ਨੂੰ ਰਜਿਸਟ੍ਰੇਸ਼ਨ ਰੋਕਣ ਵਾਲਾ ਇਹ ਸੀ, ਕਿਉਂਕਿ ਇਹਨਾਂ ਨੂੰ ਸਭ ਤੋਂ ਵੱਧ ਡਰ ਸੀਗਾ ਕਿ ਜੇ ਕਿਸਾਨ ਆ ਗਏ ਤੇ ਇਹਨਾਂ ਦਾ ਜਿਹੜੀ ਆ ਬਿਸਤਰਾ ਗੋਲ ਹੋ ਜਾਊਗਾ। ਇਹ ਗੱਲਾਂ ਠੀਕ ਨਹੀਂ ਹੈਗੀਆਂ। ਉਹ ਬੰਦੇ ਦੇ ਉੱਤੇ ਤੁਸੀਂ ਕਿੰਤੂ ਪਰੰਤੂ ਕਰੋ ਕਿ ਕੁਮਾਰ ਵਿਸ਼ਵਾਸ ਠੱਗ ਗਿਆ, ਕੁਮਾਰ ਵਿਸ਼ਵਾਸ ਫਲਾਨੀ ਜਗ੍ਹਾ ਲੁੱਟ ਖੋਹ ਕੀਤੀ ਆ ਉਹਨੇ, ਫਲਾਨੀ ਜਗ੍ਹਾ ਉਹਨੇ ਲੋਕਾਂ ਨਾਲ ਝੂਠ ਬੋਲਿਆ ਆ, ਤੁਸੀਂ ਕਰੋ, ਦੱਸੋ ਜਿਹੜਾ ਉਹਦਾ ਹੈਗਾ। ਪਰ ਜੇ ਉਹ ਕੋਈ ਗੱਲਾਂ ਤੁਹਾਡੀਆਂ ਫੈਕਚੁਅਲੀ ਕਰਦਾ ਕਿ ਕੇਜਰੀਵਾਲ ਮੇਰੇ ਨਾਲ ਆਏ, ਟੀਵੀ ਤੇ ਬੈਠੇ, ਕੋਈ ਵੀ ਗੱਲ ਹੈ ਮੈਂ ਉਹਦਾ ਜਵਾਬ ਦਊਂਗਾ, ਪਰ ਜੇ ਜ਼ਿਆਦਾ ਬੋਲੇ ਤੇ ਮੈਂ ਇਹੋ ਜਿਹੇ ਪੋਤੜੇ ਫੋਲੂੰਗਾ। ਉਹ ਕਹਿੰਦਾ ਕਿ ਮੈਂ ਸਾਰੇ ਇਹਨਾਂ ਦੇ SMS ਸਾਰੀਆਂ ਗੱਲਾਂ ਉਦੋਂ ਦੀਆਂ ਰਿਕਾਰਡ ਰੱਖੀਆਂ, ਉਹਦਾ ਜਵਾਬ ਨਹੀਂ ਦਿੱਤਾ ਕੇਜਰੀਵਾਲ ਨੇ। ਦੇਵੇ ਕਰੇ ਗੱਲ ਉਹਨਾਂ ਨਾਲ। ਇਸ ਲਈ ਮੈਂ ਇਹ ਕਹਿਣਾ ਕਿ ਤੁਸੀਂ ਮੇਰੇ ਵੀਰ ਜਿਹੜੇ NRI ਖਾਸ ਕਰਕੇ, ਉਹਨਾਂ ਦੀ ਜਿਹੜੀ ਮਾਨਸਿਕ ਜਿਹੜਾ ਇੱਕ ਖਲਾ ਆ ਉਹਨੂੰ ਅਸੀਂ ਸਮਝਦੇ ਹਾਂ, ਉਹਨਾਂ ਦੀ ਤੜਪ ਨੂੰ ਵੀ ਸਮਝਦੇ ਹਾਂ, ਉਹਨਾਂ ਦੀਆਂ ਭਾਵਨਾਵਾਂ ਦਾ ਅਸੀਂ ਕਦਰ ਕਰਦੇ ਹਾਂ। ਪਰ ਹਤਾਸ਼ ਹੋ ਕੇ ਇਹ ਨਹੀਂ ਕਿ ਕਿਸੇ ਵੀ ਸੱਪ ਨੂੰ ਤੁਸੀਂ ਗਲ ਚ ਪਾ ਲਓ। ਇਹ ਜਿਹੜੀ ਗੱਲ ਆ, ਉਹਨੇ ਵੀ ਇਹੋ ਸ਼ਬਦ ਵਰਤੇ ਆ, ਕਹਿੰਦਾ ਇਹ ਐਸਾ ਸੱਪ ਹੈ ਜਿਹਨੂੰ ਮੇਰੀ ਬੀਨ ਦੇ ਨਾਲ ਹੀ ਮੈਂ ਇਹਨੂੰ ਮਸਤ ਕਰ ਸਕਦਾ, ਨਹੀਂ ਤੇ ਕਿਸੇ ਨੂੰ ਵੀ ਡੰਗ ਮਾਰੂਗਾ। ਕੁਮਾਰ ਵਿਸ਼ਵਾਸ ਨੇ ਉਸੇ ਵੀਡੀਓ ਦੇ ਵਿੱਚ ਇਹ ਗੱਲ ਕਹੀ ਹੈ। ਚਲੋ ਇਹ ਗੱਲਾਂ ਪਰਸਨਲ ਜ਼ਿਆਦਾ ਹੋ ਜਾਂਦੀਆਂ। ਓਵਰਆਲ ਮੈਂ ਗੱਲ ਕਹਿਣੀ ਚਾਹੁੰਦਾ ਕਿ ਜਦ ਤੱਕ ਉਹ ਆਪ ਆਪਣੇ ਪੰਜਾਬ ਦੇ ਅੰਦਰੋਂ ਕੋਈ ਚੰਗੇ ਰੁਤਬੇ ਵਾਲੇ ਲੋਕ ਜਿਹੜੇ ਸਮਝਦਾਰ ਵੀ ਹੋਣ, ਇਮਾਨਦਾਰ ਵੀ ਹੋਣ ਤੇ ਦਿਵੰਗ ਵੀ ਹੋਣ, ਲੜਾਕੂ ਵੀ ਹੋਣ, ਕੱਲਾ ਇਹ ਨਹੀਂ ਕਿ ਇਮਾਨਦਾਰ ਵੀ ਹੋਣ, ਸਮਝਦਾਰ ਵੀ ਹੋਣ ਪਰ ਕਰਨ ਕੁਛ ਨਾ, ਉਹਨਾਂ ਨੂੰ ਕੀ ਕਰੋਗੇ। ਥੋੜਾ ਲੜਾਕੂ ਵੀ ਹੋਣ, ਮੈਦਾਨ 'ਚ ਨਿੱਤਰਨ, ਉਹਨਾਂ ਨੂੰ ਅੱਗੇ ਲਾ ਕੇ ਉਹਨਾਂ ਦੀ ਮਦਦ ਕਰਕੇ ਕੁਛ ਟਾਈਮ ਵੀ ਕੱਢਣ। ਇਹ ਨਹੀਂ ਵੀ ਡਾਲਰ ਉੱਥੇ ਦੇ, ਪਾਉਂਡ ਉੱਥੇ ਦੇ ਤੇ ਯੂਰੋ ਉੱਥੇ ਦੇ ਤੇ ਗੱਲਾਂ ਇੱਥੇ ਦੀਆਂ ਸ਼ਾਮ ਨੂੰ ਪੈਗ ਲਾ ਕੇ, ਉਹ ਗੱਲਾਂ ਵੀ ਸਾਨੂੰ ਨਹੀਂ ਹੈ। ਤੁਸੀਂ ਸੱਚੀ ਮੁੱਚੀ ਜੇ ਕੁਝ ਕਰਨਾ ਚਾਹੁੰਦਾ ਆ ਤੇ ਪੰਜਾਬ ਦੇ ਅੰਦਰ ਬਹੁਤ ਲੋਕ ਬੈਠੇ ਆ ਜਿਹੜੇ ਚੰਗੇ ਤੋਂ ਚੰਗੇ, ਵਧੀਆ ਤੋਂ ਵਧੀਆ ਲੋਕ ਆ, ਤੁਹਾਡੇ ਸੁਪਨਿਆਂ ਦਾ ਪੰਜਾਬ ਉਹ ਬਣਾ ਸਕਦੇ ਆ। ਇਹੋ ਜਿਹੀ ਕੋਈ ਗੱਲ ਨਹੀਂ ਹੈ ਸੁਖਵਿੰਦਰ, ਪਰ ਤੁਹਾਡਾ ਤੇ ਉਹਨਾਂ ਦੇ ਵਿੱਚ ਕੋਈ ਕਨੈਕਟ ਨਹੀਂ ਬੈਠ ਰਿਹਾ। ਉਹ ਬੰਦੇ ਲੱਭੋ, ਪਰ ਇਹ ਨਹੀਂ ਕਿ ਇੱਕ ਘਬਰਾਹਟ ਦੇ ਵਿੱਚੋਂ ਜਾਂ ਇੱਕ ਦੁਖੀ ਹੋ ਕੇ, ਦੁਖੀ ਹਿਰਦੇ ਦੇ ਨਾਲ ਪਹਿਲੋਂ ਐਤਕੀ ਇੱਕ ਵਾਰੀ ਦੇਖ ਲਓ, ਪਹਿਲਾਂ 2 ਵਾਰੀ ਦੇਖ ਲਿਆ, ਹੁਣ ਇੱਕ ਤੀਜੀ ਵਾਰੀ ਫਿਰ ਦੇਖ ਲਓ। ਆ ਜਿਹੜੀ ਰਾਘਵ ਚੱਡਾ ਗੱਲ ਕਹਿੰਦਾ ਕਿ ਇਹਦੀ ਸਰਕਾਰ ਬਣੀ ਖੜੀ ਆ, ਮੈਂ ਤੁਹਾਡੇ ਨਾਲ, ਮੇਰੇ ਵੀਰ ਵੀ ਸੁਣਦੇ ਹੋਣਗੇ ਹੋਰ ਵੀ, ਕਿਉਂਕਿ ਜਾਊਗੀ ਵੀਡੀਓ ਇਹ ਤੇ ਤੁਸੀਂ ਵੀ ਸੁਣ ਰਹੇ ਆ, ਦੇਖ ਲਿਓ ਕਿ ਇਹਦੀ ਸਰਕਾਰ ਬਣਦੀ ਆ। ਚਲੋ ਉਹਦੇ ਮੂੰਹ 'ਚ ਘਿਓ ਸ਼ੱਕਰ ਉਹਨਾਂ ਦੀ ਬਣ ਜਾਏ, ਮੈਂ ਤੇ ਕਹਿੰਦਾ ਸਾਨੂੰ ਕੋਈ ਹਰਜ ਨਹੀਂ ਹੈ, ਬਣਾ ਲਏ ਰਾਘਵ ਚੱਡਾ, ਫਿਰ ਕਿਹੜਾ ਝੁੱਲੂ ਫੇਰੂਗਾ ਕਿ ਮਸਲੇ ਹੱਲ ਕਰ ਦੂਗਾ। ਰਾਘਵ ਜੀ, ਜਿਸ ਮਨਸਾ ਦੇ ਨਾਲ ਤੁਸੀਂ ਪੰਜਾਬ 'ਚ ਆਉਣਾ ਚਾਹੁੰਦੇ ਆ, ਜੋ ਤੁਹਾਡੀ ਨੀਅਤ ਹੈ, ਉਹ ਸਾਨੂੰ ਕ੍ਰਿਸਟਲ ਕਲੀਅਰ ਹੈ। ਜਾਣੀ ਪਾਣੀ ਨਾਲੋਂ ਵੀ, ਜਿਹੜਾ ਸਾਫ਼ ਪਾਣੀ ਹੁੰਦਾ ਨਾ ਉਹ 'ਚ ਹਰ ਚੀਜ਼ ਦਿਖਦੀ ਆ, ਉਹਦੇ ਨਾਲੋਂ ਵੀ ਸਾਫ਼ ਦਿਖ ਰਹੀ ਹੈ ਕਿ ਤੁਸੀਂ ਆਪਣੇ ਆਪ ਨੂੰ, ਪੰਜਾਬ ਨੂੰ ਵਰਤ ਕੇ ਨੈਸ਼ਨਲ ਪੱਧਰ ਤੇ ਲਾਂਚ ਕਰਨ ਤੋਂ ਇਲਾਵਾ ਹੋਰ ਤੁਹਾਡਾ ਕੋਈ ਮਕਸਦ ਨਹੀਂ ਹੈਗਾ। ਅਸੀਂ ਪੰਜਾਬ ਨੂੰ ਤੁਹਾਡੇ ਇਸ ਸਟੈਪਿੰਗ ਸਟੋਨ ਦੇ ਤੌਰ ਤੇ ਵਰਤਣ ਨਹੀਂ ਦਿਆਂਗੇ, ਨਾ ਸਾਡੇ, ਮੇਰਾ ਖਿਆਲ ਹੈ NRI ਭਰਾ ਇਸ ਗੱਲ ਦੀ ਅਪਰੂਵਲ ਦੇਣਗੇ। ਜੀ ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਤੁਹਾਡਾ, ਤੁਹਾਡੀ ਸਾਰੀ ਟੀਮ ਦਾ ਔਰ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਉੱਘੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਨਾ ਤੇ ਅਸੀਂ ਕਿਸੇ ਪਾਰਟੀ ਦੇ ਪੱਖ ਵਿੱਚ ਆ, ਨਾ ਵਿਰੋਧ ਵਿੱਚ ਆ। ਚਰਚਾਵਾਂ ਉਹਨਾਂ ਗੱਲਾਂ ਦੇ ਉੱਤੇ ਹੁੰਦੀਆਂ, ਉਹਨਾਂ ਮੁੱਦਿਆਂ ਤੇ ਹੁੰਦੀਆਂ ਜਿਹਦਾ ਕੋਈ ਜਵਾਬ ਜਦੋਂ ਨਹੀਂ ਮਿਲਦਾ ਤਾਂ ਉਹਨੂੰ ਲੋਕਾਂ ਦੀ ਕਚਹਿਰੀ ਵਿੱਚ ਰੱਖਿਆ ਜਾਂਦਾ। ਹੁਣ ਵੋਟ ਪੈ ਜਾਣੀ ਆ, ਇਹ 20 ਤਰੀਕ ਨੂੰ ਵੋਟ ਪਾ ਕੇ ਤੁਸੀਂ 5 ਸਾਲਾਂ ਦੇ ਬਾਅਦ, ਜਿਹੜਾ ਹੁਣ ਘੜੀਸ ਕੇ ਆ 5 ਸਾਲ ਕੱਢੇ ਨੇ,
ਇਦਾਂ ਹੀ ਫੇਰ ਕੱਢਣੇ ਨੇ। ਇਸ ਕਰਕੇ ਇਮਾਨਦਾਰ ਲੋਕਾਂ ਨੂੰ ਚੁਣੋ, ਚੰਗੇ ਲੋਕਾਂ ਨੂੰ ਚੁਣੋ, ਵੋਟ ਜਿਹਨੂੰ ਪਾਉਣੀ ਹੈ ਬਾਅਦ ਵਿੱਚ ਉਹ ਤੋਂ ਹਿਸਾਬ ਲੈਣ ਵਾਲੇ ਵੀ ਬਣੋ ਤਾਂ ਕਿ ਉਹ ਜਵਾਬ ਵੀ ਦੇਣ ਤੇ ਹਿਸਾਬ ਵੀ ਦੇਣ। ਇਸੇ ਕਰਕੇ ਇਹ ਸਾਰਾ ਕੁਝ ਜਿਹੜਾ ਅਸੀਂ ਇਸ ਪ੍ਰੋਗਰਾਮ ਦੇ ਦੌਰਾਨ ਤੁਹਾਡੇ ਅੱਗੇ ਰੱਖਿਆ ਤਾਂ ਕਿ, ਕਿਉਂਕਿ ਦਿਨ ਬੜਾ ਅਹਿਮ ਹੈ, ਇਹਦੇ ਤੋਂ ਬਾਅਦ 5 ਸਾਲ ਜਿਹੜੇ ਨੇ ਉਹ ਪੰਜਾਬ ਦੇ ਉਸ ਪਾਸੇ ਵੱਲ ਨੂੰ ਤੁਰ ਪੈਣਗੇ ਜਿਸ ਪਾਸੇ ਵੱਲ ਨੂੰ ਤੁਸੀਂ ਸੋਚਦੇ ਹੋ, ਸਮਝਦੇ ਹੋ। ਜੇ ਚਾਹੁੰਦੇ ਹੋ ਤਾਂ ਬਦਲਾਅ ਚਾਹੁੰਦੇ ਹੋ ਤਾਂ ਉਸ ਪਾਸੇ ਵੱਲ ਨੂੰ ਤੁਰੋ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦਾ ਭਵਿੱਖ, ਤੁਹਾਡੇ ਬੱਚਿਆਂ ਦਾ ਭਵਿੱਖ ਧੁੰਦਲਾ ਨਹੀਂ ਹੋਏਗਾ। ਕਿਉਂਕਿ 1 ਸਾਲ ਜਿਹੜਾ ਕਿਸਾਨਾਂ ਨੇ ਬਹੁਤ ਸਬਕ ਸਿਖਾਇਆ, ਲੋਕਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਹੁਣ ਅੱਗੋਂ 5 ਸਾਲਾਂ ਨੂੰ ਪਤਾ ਨਹੀਂ ਕਿਹੜਾ ਰਾਜਾ ਕਿਹਦੀ ਪ੍ਰਜਾ, ਕਿਉਂਕਿ ਤਿਆਰੀ ਜਿਹੜੀ ਹੈ ਉਹ ਪੰਜਾਬ ਤੋਂ ਹੋਣੀ ਹੈ 2024 ਦੀਆਂ ਇਲੈਕਸ਼ਨਸ ਦੀ। ਉੱਥੇ ਕੇਂਦਰ ਦੇ ਵਿੱਚ ਸੱਤਾ ਦੇ ਵਿੱਚ ਕਿਹਨੇ ਬਹਿਣਾ ਇਹ ਵੀ ਪੰਜਾਬ ਤੈਅ ਕਰੇਗਾ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।